ਜਦੋਂ ਇਹ ਜਗ੍ਹਾ ਅਸੀਂ ਦੇਖ ਕੇ ਗਏ ਕਿ ਇਹ ਜਗ੍ਹਾ ਪਲੇਨ ਹੈ, ਇੱਥੇ ਆਪਾਂ ਟੈਂਟ ਟੁੰਟ ਲਾ ਕੇ ਕਾਰਾਂ ਕੂਰਾਂ ਖੜਨ ਨੂੰ ਵਧੀਆ ਤੇ ਇੱਥੇ ਲਾ ਲਾਂਗੇ, ਤਾਂ ਮੈਂ ਬਿਲਕੁਲ ਸੱਚਾਈ ਦੱਸਦਾ ਕਿ ਸਾਡੇ ਦੇਖਣ ਤੋਂ ਦੂਜੇ ਦਿਨ ਰਾਤ ਨੂੰ ਇੱਥੇ ਆ ਕੇ ਮਾਨ ਸਾਹਿਬ ਉਹਨਾਂ ਦੇ ਨਾ ਸੱਜਣਾ ਨੇ ਰਾਤ ਨੂੰ 11 ਵਜੇ ਟੈਂਟ ਲਾਤਾ ਤੇ ਲਾਈਵ ਹੋ ਕੇ ਪਾਤਾ ਜੀ ਕਿ ਇਹ ਮੋਰਚੇ ਜੀ ਰਾਤਾਂ ਨੂੰ ਲੱਗਦੇ ਹੁੰਦੇ, ਅੱਜ ਅਸੀਂ ਉਰੇ ਆ ਕੇ ਮੋਰਚਾ ਲਾਤਾ। ਸੋ ਦੇਖੋ, ਗੋਲੀਆਂ ਦਾ ਸੰਤ ਜਰਨੈਲ ਸਿੰਘ ਜੀ ਉਹ ਖਾ ਕੇ ਗਏ, ਸ਼ਹੀਦੀ ਤਾਂ ਉਹੀ ਪਾ ਕੇ ਗਏ, ਲੇਕਿਨ ਇਹ ਉਹਨਾਂ ਗੱਲਾਂ ਦੇ ਉੱਤੇ ਸਪੀਚਾਂ ਦੇ ਕੇ ਇਹ ਆਪਣੀਆਂ ਮੁੱਖ ਮੰਤਰੀ ਸ਼ਿਪਾਂ ਤੇ ਆਪਣੀ ਰਾਜਨੀਤੀ ਕੱਢਦੇ ਰਹੇ। ਇਹ ਜਿਵੇਂ ਇੱਥੇ ਨਾਰਾ ਲਾਇਆ, ਇਸੇ ਤਰ੍ਹਾਂ ਅਸੀਂ ਵੀ ਉਹਨਾਂ ਦੇ ਨਾਲ ਚੱਲਦੇ ਹਾਂ। ਜਿੰਨੇ ਵੀ ਕਿਸਾਨ ਯੂਨੀਅਨ ਦੇ ਮੋਰਚੇ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਆ, ਆਪਾਂ ਉੱਥੇ ਇੱਕ ਨਾਰਾ ਮਾਰੀਏ, ਉੱਥੇ ਇੱਕ ਨਾਰਾ ਮਾਰ ਕੇ ਆਪਾਂ ਜੇ ਨਾਰੇ ਨਾਲ ਹੀ ਕੰਮ ਚੱਲਦਾ ਹੋਵੇ ਤਾਂ ਆਪਾਂ ਉਹਨਾਂ ਧਰਨਿਆਂ ਦੇ ਵਿੱਚ ਵੀ ਨਾਰੇ ਮਾਰੀਏ ਤਾਂ ਕਿ ਆਪਾਂ ਨੂੰ ਸਾਡਾ ਕੌਮੀ ਘਰ ਮਿਲ ਜਾਵੇ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਹਿਲਾਂ ਆਪਾਂ ਫਿਰ ਉਹਨਾਂ ਨੂੰ ਮੈਂ ਕਹਿਣਾ ਕਿ ਪਹਿਲਾਂ ਆਪਾਂ ਉਹ ਕੌਮੀ ਲੜਾਈ ਲੜ ਲੈਂਦੇ ਹਾਂ, ਕਿਸਾਨਾਂ ਦੀ ਲੜਾਈ ਆਪਾਂ ਬਾਅਦ 'ਚ ਲੜ ਲਾਂਗੇ, ਕਿਉਂਕਿ ਨਾਰਾ ਮਾਰਨ ਦੇ ਨਾਲ ਸਾਨੂੰ ਸਾਡਾ ਕੌਮੀ ਘਰ ਹੀ ਜਦ ਮਿਲ ਗਿਆ, ਸਾਡਾ ਦੇਸ਼ ਹੀ ਆਜ਼ਾਦ ਹੋ ਗਿਆ, ਸਾਨੂੰ ਸਾਡਾ ਆਜ਼ਾਦ ਮੁਲਕ, ਫਿਰ ਸਾਡੇ ਤਾਂ ਆਪੇ ਜੀ ਆਰਡੀਨੈਂਸ ਵੀ ਖਤਮ ਹੋ ਜਾਣਗੇ। ਗੁਰਬਾਣੀ ਅਖੰਡ ਬਾਣੀ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਦਾ ਮੈਂ ਪ੍ਰਤੀਸੈਣੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਸਭ ਤੋਂ ਪਹਿਲਾਂ ਕੌਮ ਦੇ ਮਹਾਨ ਸ਼ਹੀਦ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕਿਹਰ ਸਿੰਘ ਨੂੰ ਸਲਾਮ ਹੈ, ਜਿਨ੍ਹਾਂ ਨੇ 31 ਦਸੰਬਰ ਨੂੰ ਅਸੀਂ ਕਹਿ ਸਕਦੇ ਹਾਂ ਕਿ ਬੁੱਚੜਾਂ ਦੀ ਮਾਂ ਇੰਦਰਾ ਦਾ ਸੌਦਾ ਲਾਇਆ ਸੀ। ਪਰ ਅੱਜ ਵੀ ਬਹੁਤ ਸਾਰੇ ਬੁੱਚੜ ਮੌਜੂਦ ਨੇ ਕੌਮ ਦੇ ਵਿੱਚ, ਭਾਰਤ ਦੇ ਵਿੱਚ, ਜੋ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦੇ, ਜੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਕਿਸੇ ਦੀਆਂ ਵੀ ਲਾਸ਼ਾਂ ਦਾ ਬਾਲਣ ਬਣਾ ਸਕਦੇ ਨੇ। ਅੱਜ ਅਸੀਂ ਬੈਠੇ ਹਾਂ ਸ਼ੰਭੂ ਮੋਰਚੇ ਤੇ, ਜਿੱਥੇ ਬੀਤੇ ਦਿਨਾਂ ਤੋਂ ਇੱਕ ਅਜਿਹਾ ਕਹਿ ਸਕਦੇ ਹਾਂ ਕਿ ਚਮਕਦਾ ਹੋਇਆ ਸਿਤਾਰਾ ਹਰ ਕਿਸੇ ਨੂੰ ਨਜ਼ਰ ਆ ਰਿਹਾ ਹੈ, ਜੋ ਸ਼ਾਇਦ ਪੰਜਾਬ ਦਾ ਭਵਿੱਖ ਬਦਲ ਦੇਵੇ, ਸ਼ਾਇਦ ਗੰਦਲੀ ਤੇ ਬੁੱਢੜੀ ਹੋਈ ਸਿਆਸਤ ਨੂੰ ਦਰਕਿਨਾਰ ਕਰਕੇ ਪੰਜਾਬ ਨੂੰ ਇੱਕ ਨਵੀਂ ਸਾਫ਼ ਸੁਥਰੀ ਚੰਗੀ ਸਿਆਸਤ ਦੇਵੇ, ਜਿਸ ਨੂੰ ਕੋਈ ਲਾਲਚ ਨਹੀਂ ਹੈ, ਕਿਉਂਕਿ ਉਹ ਜਿਸ ਘਰ ਤੋਂ ਆਇਆ ਹੈ, ਜਿਸ ਲਗਜ਼ਰੀ ਲਾਈਫ ਨੂੰ ਛੱਡ ਕੇ ਇੱਥੇ ਆ ਕੇ ਮੋਰਚਾ ਲਾ ਕੇ ਬੈਠਿਆ ਹੈ, ਉਹ ਸਿਰਫ ਤੇ ਸਿਰਫ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ, ਫਿਰ ਜਿੰਨੀਆਂ ਮਰਜ਼ੀ ਉਸ 'ਤੇ ਤੌਹਮਤਾਂ ਲੱਗਦੀਆਂ ਹੋਣ। ਸਾਡੇ ਨਾਲ ਇਸ ਵੇਲੇ ਜੋਗਾ ਸਿੰਘ ਚੱਪੜ ਜੀ ਨੇ, ਜੋ ਡੇ 1 ਤੋਂ ਹੁਣ ਤੱਕ ਲਗਾਤਾਰ ਇਸ ਮੋਰਚੇ ਤੇ ਬਣੇ ਹੋਏ ਨੇ। ਇਸ ਮੋਰਚੇ ਨੂੰ ਲੱਖ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੇਸ਼ੱਕ ਮੁੱਦਾ ਖਾਲਿਸਤਾਨ ਦਾ ਹੋਵੇ ਜਾਂ ਦੀਪ ਸਿੱਧੂ ਦੇ ਬੀਜੇਪੀ ਦੇ ਨਾਲ ਕਨੈਕਸ਼ਨਸ ਦਾ, ਪਰ ਉਹਨਾਂ ਦੀ ਸੱਚਾਈ ਕੀ ਹੈ, ਇਹ ਮੋਰਚਾ ਕਿੱਦਾਂ ਲੱਗਿਆ, ਇਹ ਜਗ੍ਹਾ ਕਿੱਦਾਂ ਦੇਖੀ ਗਈ ਤੇ ਉਸ ਤੋਂ ਬਾਅਦ ਕਿੱਦਾਂ ਸਿਆਸਤ ਸ਼ੁਰੂ ਹੋਈ ਜਾਂ ਕਿੱਦਾਂ ਸਕੀਮਾਂ ਘੜਨੀਆਂ ਸ਼ੁਰੂ ਕੀਤੀਆਂ ਉਹਨਾਂ ਲੋਕਾਂ ਨੇ ਜੋ ਚਾਹੁੰਦੇ ਨੇ ਕਿ ਕਦੇ ਪੰਜਾਬ ਆਪਣੀ ਖੁਦ ਮੁਖਤਿਆਰੀ ਨਾ ਲਵੇ, ਪੰਜਾਬ ਦੀਆਂ ਜੜ੍ਹਾਂ ਹਮੇਸ਼ਾ ਤੇਲ ਪਾ ਕੇ ਸਾੜੀਆਂ ਜਾਣ ਜਦੋਂ ਵੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਣਾ ਸ਼ੁਰੂ ਕਰੇ। ਆਓ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਪੜ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ, ਕਿਉਂਕਿ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਬਥੇਰੇ ਉਤਾਰ ਚੜਾਵ ਦੇਖੇ। ਦੀਪ ਨੂੰ ਵੀ ਆਏ ਦਿਨ ਮੈਂ ਦੇਖਦਾ ਕਿ ਉਹ ਰੋਜ਼ ਐਕਸਪਲੇਨੇਸ਼ਨਸ ਦਿੰਦਾ, ਕਿਸੇ ਨਾ ਕਿਸੇ ਤਰੀਕੇ ਦਾ ਉਸ 'ਤੇ ਇਲਜ਼ਾਮ ਲੱਗਦਾ ਹੈ ਤੇ ਉਹ ਐਕਸਪਲੇਨ ਕਰਦਾ ਹੈ, ਉਹਦਾ ਫਰਜ਼ ਵੀ ਬਣਦਾ ਐਕਸਪਲੇਨ ਕਰਨਾ। ਪਰ ਤੁਸੀਂ ਦੱਸੋ ਕਿ ਜਿੱਦਣ ਤੋਂ ਇਹ ਮੋਰਚਾ ਸ਼ੁਰੂ ਹੋਇਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਸਿਆਸਤ ਇਸ ਮੋਰਚੇ ਦੇ ਪਿੱਛੇ ਹੁੰਦੀ ਹੋਈ ਦੇਖੀ ਹੈ ਕਿ ਜਿਹੜਾ ਇਸ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਪ੍ਰੀਤ ਜੀ, ਅਸਲ 'ਚ ਮੈਂ ਨਾ ਤਾਂ ਦੀਪ ਜੀ ਨੂੰ ਜਾਣਦਾ ਸੀ, ਨਾ ਦੇਵਗਨ ਜੀ ਨੂੰ ਜਾਣਦਾ ਸੀ, ਨਾ ਹਾਕਮ ਜੀ ਨੂੰ, ਨਾ ਬਰਾੜ ਸਾਹਿਬ ਨੂੰ। ਮੈਨੂੰ ਤਾਂ ਇੱਥੇ ਰੋਡ ਜਾਮ ਕੀਤੀ ਸੀ ਜਿਹੜੀ 25 ਤਰੀਕ ਨੂੰ ਪਿਛਲੇ ਮਹੀਨੇ ਦੀ, ਤਾਂ ਉਦੋਂ ਮੇਰੇ ਮਿੱਤਰ ਹੈ ਤਰਲੋਚਨ ਸਿੰਘ ਲਾਲੀ, ਉਹਨੇ ਪ੍ਰੋਫੈਸਰ ਮਨਜੀਤ ਸਿੰਘ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਆਪਾਂ ਨੇ ਰੋਡ ਜਾਮ ਕਰਨੀ ਹੈ, ਜਿਹੜਾ ਕਿਸਾਨਾਂ ਦਾ ਇਹ ਸੰਘਰਸ਼ ਸ਼ੁਰੂ ਹੋ ਰਿਹਾ ਹੈ, ਜੋ ਕਾਤਲ ਮੋਦੀ ਹੈ ਕਿਸਾਨਾਂ ਦਾ, ਉਹਨੇ ਜਿਹੜੇ ਇਹ ਆਰਡੀਨੈਂਸ ਪਾਸ ਕੀਤੇ ਆ ਇਹਦੇ ਸੰਬੰਧ ਦੇ ਵਿੱਚ, ਤੇ ਤੁਸੀਂ ਜ਼ਰੂਰ ਆਇਓ। ਤੇ ਮੈਂ ਆਇਆ, ਮੇਰੇ ਮਿੱਤਰ ਕਾਲਾ ਨੇੜੇ ਤੋਂ, ਸਾਡੇ ਸੇਰਾ ਸਾਹਿਬ ਨਹੀਂ, ਮੰਤਰੀ ਸਾਹਿਬ ਨਹੀਂ, ਸਾਰੇ ਬੈਠੇ ਹੈ। ਸੋ ਅਸੀਂ ਆ ਕੇ ਇਹਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋਏ। ਉਹ ਤੋਂ ਬਾਅਦ ਇੱਥੇ ਕਿਹਨਾਂ ਨੇ ਕਾਲ ਕਰਤੀ ਕਿ ਅਸੀਂ ਲਗਾਤਾਰ ਐਸੇ ਜਗ੍ਹਾ ਦੇ ਉੱਤੇ ਇੱਕ ਪਰਮਾਨੈਂਟ ਸ਼ੰਭੂ ਮੋਰਚਾ ਲਾਵਾਂਗੇ ਤਾਂ ਕਿ ਦਿੱਲੀ ਨੂੰ ਅਸੀਂ ਦੱਸ ਸਕੀਏ ਕਿ ਦਿੱਲੀ ਨੇ ਜੋ ਸਾਡੇ ਨਾਲ ਧੱਕਾ ਕਰਿਆ, ਸਾਰੇ ਪੰਜਾਬ ਦੇ ਲੋਕਾਂ ਨੂੰ ਬੁਲਾ ਕੇ ਇੱਥੇ ਸਟੇਜ ਲਾ ਕੇ ਅਸੀਂ ਉਹਨਾਂ ਲੋਕਾਂ ਦੇ ਵਿਚਾਰ ਦੇਵਾਂਗੇ। ਇਹ ਇੱਥੇ ਐਲਾਨ ਉਸ ਦਿਨ ਕਾਫੀ ਜਿਹੜੇ ਸੱਜਣ ਆਏ ਸੀ, ਜਿਨ੍ਹਾਂ ਦੇ ਵਿੱਚ ਮੇਨ ਦੀਪ ਸਿੱਧੂ ਨੇ ਐਲਾਨ ਕਰ ਦਿੱਤਾ ਸੀ। ਸੋ ਉਸ ਤੋਂ ਬਾਅਦ ਮੈਨੂੰ ਵੀ ਫੋਨ ਇਹਨਾਂ ਨੇ ਕਰਕੇ ਬੁਲਾ ਲਿਆ ਕਿ ਆਪਾਂ ਇਸ ਦੇ ਬਾਰੇ ਵਿਚਾਰ ਕਰਨਾ ਹੈ। ਖਾਸ ਤੌਰ 'ਤੇ ਉਹਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜੀ ਅਤੇ ਤਰਲੋਚਨ ਸਿੰਘ ਲਾਲੀ ਹੀ ਮੇਰੇ ਮਿੱਤਰ ਸੀਗੇ, ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀ।
ਚਲੋ ਅਸੀਂ ਇਸ ਮੋਰਚੇ ਦੇ ਸੰਬੰਧ ਦੇ ਵਿੱਚ ਵਿਚਾਰ ਵਟਾਂਦਰੇ ਕਰਦੇ ਰਹੇ। ਉਸ ਤੋਂ ਬਾਅਦ ਕਿਸਾਨ ਭਵਨ ਚੰਡੀਗੜ੍ਹ ਵੀ ਸਾਡੀ ਮੀਟਿੰਗ ਹੋਈ, ਜਿਸ ਦਿਨ ਕਿਸਾਨ ਯੂਨੀਅਨ ਵਾਲੇ ਵੀ ਪਹਿਲਾਂ ਮੀਟਿੰਗ ਕਰਕੇ ਗਏ ਤੇ ਸਿੰਗਰਸ ਵੀ ਸਾਰੇ ਸੀਗੇ। ਉਹ ਤੋਂ ਬਾਅਦ ਹੌਲੀ ਹੌਲੀ ਸਿੰਗਰਸ ਦਾ ਕੀ ਹੋਇਆ ਤੇ ਕਾਫੀ ਸਿੰਗਰ ਤਾਂ ਚਲੋ ਹੁਣ ਵੀ ਉਰੇ ਆ ਰਹੇ ਹੈ, ਬਟ ਅਸੀਂ ਫਿਰ ਆ ਜਿਹੜੀ ਜਗ੍ਹਾ ਪਿਛਲੇ ਪਾਸੇ ਇੱਕ ਧਰਨਾ ਲੱਗਿਆ, ਮੋਰਚਾ ਲੱਗਿਆ ਹੋਇਆ ਹੈ ਜੀ ਮਾਨ ਦਲ ਦਾ, ਹਾਂ ਚਲੋ ਮਾਨ ਸਾਹਿਬ ਉਹਨਾਂ ਦਾ, ਇਹ ਜਗ੍ਹਾ ਅਸੀਂ ਦੇਖ ਕੇ ਗਏ। ਇਹ ਮੋਰਚਾ ਲਾਉਣ ਤੋਂ 2 ਦਿਨ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਹੋਣੀ, ਲਾਲੀ ਜੀ, ਦੀਪ ਸਿੱਧੂ ਜੀ, ਦੇਵਗਨ, ਅਸੀਂ ਸਾਰੇ ਇਹ ਜਗ੍ਹਾ ਦੇਖ ਕੇ ਗਏ। ਜਦੋਂ ਇਹ ਜਗ੍ਹਾ ਅਸੀਂ ਦੇਖ ਕੇ ਗਏ ਕਿ ਇਹ ਜਗ੍ਹਾ ਪਲੇਨ ਹੈ, ਇੱਥੇ ਆਪਾਂ ਟੈਂਟ ਟੁੰਟ ਲਾ ਕੇ ਕਾਰਾਂ ਕੁਰਾਂ ਖੜਨ ਨੂੰ ਵਧੀਆ ਤੇ ਇੱਥੇ ਲਾ ਲਾਂਗੇ, ਤਾਂ ਮੈਂ ਬਿਲਕੁਲ ਸੱਚਾਈ ਦੱਸਦਾ ਕਿ ਸਾਡੇ ਦੇਖਣ ਤੋਂ ਦੂਜੇ ਦਿਨ ਰਾਤ ਨੂੰ ਇੱਥੇ ਆ ਕੇ ਮਾਨ ਸਾਹਿਬ ਉਹਨਾਂ ਦੇ ਨਾ ਸੱਜਣਾ ਨੇ ਰਾਤ ਨੂੰ 11 ਵਜੇ ਟੈਂਟ ਲਾਤਾ ਤੇ ਲਾਈਵ ਹੋ ਕੇ ਪਾਤਾ ਜੀ ਕਿ ਇਹ ਮੋਰਚੇ ਜੀ ਰਾਤਾਂ ਨੂੰ ਲੱਗਦੇ ਹੁੰਦੇ, ਅੱਜ ਅਸੀਂ ਉਰੇ ਆ ਕੇ ਮੋਰਚਾ ਲਾਤਾ। ਸੋ ਮੈਂ ਦੂਏ ਦਿਨ ਮਾਰਨਿੰਗ ਇਹਨਾਂ ਨੂੰ ਫੋਨ ਕੀਤਾ ਕਿ ਆਪਾਂ ਜਿਹੜੀ ਜਗ੍ਹਾ ਦੇਖੀ ਸੀ ਉੱਥੇ ਚਲੋ ਮਾਨ ਸਾਹਿਬ ਉਹਨਾਂ ਨੇ ਮੋਰਚਾ ਲਾਇਆ ਵੀ ਆਪਾਂ ਨੂੰ ਹੁਣ ਜਗ੍ਹਾ ਦੇਖਣੀ ਪੈਣੀ ਹੈ। ਫਿਰ ਅਸੀਂ ਥੋੜ੍ਹਾ ਜਿਹਾ ਅਗਲੇ ਪਾਸੇ ਆ ਕੇ ਜਿੱਥੇ ਹੁਣ ਅੱਜ ਆਪਾਂ ਬੈਠੇ ਹਾਂ ਇੱਥੇ ਫਿਰ ਸਾਨੂੰ ਇਹ ਜਗ੍ਹਾ ਵੀ ਥੋੜ੍ਹੀ ਡੂੰਘੀ ਹੈ ਤੇ ਅਸੀਂ JCBੀਆਂ ਨਾਲ ਠੀਕ ਠੂਕ ਕਰਕੇ ਟੈਂਟ ਲਾਇਆ ਤੇ ਅਸੀਂ ਲਾਉਣਾ ਸੀ 2 ਤਰੀਕ ਨੂੰ, ਉਹ ਜਗ੍ਹਾ ਉਹਨਾਂ ਨੇ ਲੈ ਲਈ। ਫਿਰ ਅਸੀਂ ਇਸ ਕਰਕੇ ਮੋਰਚਾ 4 ਤਰੀਕ ਨੂੰ ਫਿਰ ਇੱਥੇ ਸ਼ੁਰੂ ਕੀਤਾ। ਅਸਲ ਮੋਰਚਾ ਲੱਗਣ ਦਾ ਜਾਂ ਮੇਰਾ ਇਹਨਾਂ ਨਾਲ ਜੁੜਨ ਦਾ ਸਬੱਬ ਇਹ ਹੈ, ਵੈਸੇ ਮੈਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਿਹੜੇ ਕੌਮ ਦੇ ਹੀਰੇ ਹੈ, ਜਿਨ੍ਹਾਂ ਦਾ ਕੌਮ ਦੇ ਲਈ ਬਹੁਤ ਵੱਡਾ ਜੋ ਯੋਗਦਾਨ ਹੈ ਉਹਦੇ ਲਈ ਸਾਰੀ ਦੁਨੀਆ ਜਾਣਦੀ ਹੈ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਮੈਂ ਉਹਨਾਂ ਦੇ ਨਾਲ ਹਾਂ। ਪੰਥਕ ਅਕਾਲੀ ਲਹਿਰ ਦਾ ਮੈਂ ਮੁੱਖ ਬੁਲਾਰਾ ਹਾਂ, ਜੋ ਅੱਜ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣ ਦੀ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਸਰਬਜੋਤਾਂ ਨੂੰ ਯਾਦ ਕਰਾਉਣ ਦੀ ਲੜਾਈ ਲੜ ਰਹੇ ਹਾਂ। ਸੋ ਵੈਸੇ ਮੈਂ ਹਕੀਕੀ ਤੌਰ ਤੇ ਮੈਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਨਾਲ ਹੈ, ਪਰ ਮੇਰਾ ਇੱਕ ਸੁਭਾਅ ਰਿਹਾ ਕਿ ਬਚਨ ਕਰੇ ਜੋ ਮੁੱਕਰ ਜਾਏ ਸੋ ਨਰ ਕੱਚਾ। ਮੇਰਾ ਇੱਕ ਬਚਨ ਹੋ ਗਿਆ ਸੀ ਕਿ ਜਿੰਨੀ ਦੇਰ ਮੋਰਚਾ ਸਿੱਧੂ ਸਾਹਿਬ ਸਾਰੀ ਟੀਮ ਲਾਊਗੀ ਮੈਂ ਇਹਨਾਂ ਦੇ ਨਾਲ ਰਹਾਂਗਾ। ਉਸ ਦਿਨ ਤੋਂ ਮੈਂ ਇਹਨਾਂ ਦੇ ਨਾਲ ਹਾਂ ਜੀ। ਜਦੋਂ ਤੱਕ ਸਿੱਧੂ ਸਾਹਿਬ ਦਾ ਮੋਰਚਾ ਲੱਗੇਗਾ ਉਦੋਂ ਤੱਕ ਤੁਸੀਂ ਨਾਲ ਹੋ, ਪਰ ਉਸ ਦੇ ਵਿੱਚ ਬਹੁਤ ਉਤਾਰ ਚੜਾਵ ਆਏ ਤੇ ਜੋ ਚੀਜ਼ਾਂ ਬੀਤੇ ਕੁਝ ਦਿਨਾਂ ਦੇ ਵਿੱਚ ਵਾਪਰੀਆਂ, ਇੱਕ ਤੋਂ ਬਾਅਦ ਇੱਕ ਜੋ ਘਟਨਾਵਾਂ ਵਾਪਰੀਆਂ, ਉਹਨਾਂ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਬੇਸ਼ੱਕ ਮੁੱਦਾ ਖਾਲਿਸਤਾਨ ਦਾ ਹੋਵੇ ਜਾਂ ਕੁਝ ਪੀਲੀ ਪੱਤਰਕਾਰੀ ਕਰਨ ਵਾਲਿਆਂ ਦਾ ਹੋਵੇ, ਜਿਨ੍ਹਾਂ ਨੇ ਛੋਟੀ ਜਿਹੀ ਗੱਲ ਨੂੰ ਬਵਾਲ ਬਣਾ ਕੇ ਸੋਸ਼ਲ ਮੀਡੀਆ ਉੱਤੇ ਇਸ ਤਰੀਕੇ ਨਾਲ ਪ੍ਰਚਲਿਤ ਕੀਤਾ ਕਿ ਹਰ ਕਿਸੇ ਨੂੰ ਲੱਗਿਆ ਕਿ ਲਓ ਜੀ ਗੱਲ ਤਾਂ ਇਹ ਭਿੰਡਰਾਂ ਵਾਲਿਆਂ ਦੀ ਕਰਦੇ ਨੇ, ਸੰਤਾਂ ਦੀ ਕਰਦੇ ਨੇ, ਬੰਦਾ ਸਿੰਘ ਬਹਾਦਰ ਦੀ ਕਰਦੇ ਨੇ, ਪਰ ਅਗਰ ਇੱਕ ਨੌਜਵਾਨ ਨੇ ਖਾਲਿਸਤਾਨ ਦਾ ਨਾਅਰਾ ਮਾਰਤਾ ਤੇ ਉਹਨਾਂ ਨੂੰ ਜੇਲ੍ਹ ਤੱਕ ਕਰਵਾਉਣ ਤੇ ਚਲੇ ਗਏ, ਪਰਚੇ ਕਰਵਾਉਣ ਤੇ ਚਲੇ ਗਏ। ਅਸਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੀ, ਮੈਂ ਨਾ ਜਦੋਂ ਛੋਟਾ ਹੁੰਦਾ ਸੀ, ਜਦੋਂ 1984 ਦਾ ਅਟੈਕ ਹੋਇਆ, ਜਿਹੜੇ ਦਿਨ ਆਪਾਂ ਦੇਖੇ ਤੋਂ ਪਹਿਲਾਂ ਆਪਾਂ ਦੇਖਿਆ ਹੈ, ਤਾਂ ਮੈਂ ਛੋਟੇ ਹੁੰਦੇ ਨੇ ਸੰਤਾਂ ਦੀ ਜਦੋਂ ਸ਼ਹੀਦੀ ਹੋਈ ਉਹ ਤੋਂ ਬਾਅਦ ਇੱਕ ਕਿਤਾਬ ਆਈ ਸੀ ਸ਼੍ਰੀਮਤੀ ਗਾਂਧੀ ਦੀ ਅੰਤਲੀ ਲੜਾਈ, ਉਹ ਲਿਖੀ ਸੀ ਮਾਰਕ ਟੱਲੀ ਤੇ ਸਤੀਸ਼ ਜੈਕਬ ਨੇ। ਉਹ ਬੜੀ ਸ਼ਾਇਦ ਮੇਰਾ ਖਿਆਲ ਹੈ ਉਹਨਾਂ ਘਟਨਾਵਾਂ ਦੇ ਨੇੜੇ ਤੇੜੇ ਸੀਗੀ। ਮੈਂ ਉਹਨਾਂ ਸਮਿਆਂ ਤੋਂ ਇੱਕ ਗੱਲ ਦੇਖਦਾ ਆ ਰਿਹਾ ਕਿ ਕੌਮ ਦੇ ਵਿੱਚ ਦੁਬਿਧਾ ਖੜੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸ਼ਹੀਦ ਆਪਣੇ ਸਾਡੇ ਜਿਹੜੇ ਮਹਾਨ ਸ਼ਹੀਦ ਆ ਕੌਮ ਦੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸ਼ਹੀਦੀ ਦੀ ਜਿਹੜੀ ਫੋਟੋ ਉਹਨਾਂ ਸਮਿਆਂ ਦੇ ਵਿੱਚ ਮਾਰਕ ਟੱਲੀ ਸਤੀਸ਼ ਜੈਕਬ ਨੇ ਉਸ ਕਿਤਾਬ ਦੇ ਵਿੱਚ ਛਾਪੀ ਸੀ, ਔਰ ਉਹ ਤੋਂ ਬਾਅਦ ਸੰਤਾਂ ਨੂੰ ਇਹ ਕਿਹਾ ਗਿਆ ਕਿ ਜੀ ਉਹ ਤਾਂ ਹਲੇ ਸ਼ਹੀਦ ਨਹੀਂ ਹੋਏ, ਉਹ ਜਿਉਂਦੇ ਹੈ। ਜੇਕਰ ਸੰਤਾਂ ਦੀ ਸ਼ਹੀਦੀ ਜਿਹੜੀ ਉਦੋਂ ਹੋ ਗਈ ਸੀ, ਜੇਕਰ ਉਹ ਸ਼ਹੀਦੀ ਨੂੰ ਉਦੋਂ ਹੀ ਅਨਾਉਂਸ ਕਰ ਦਿੱਤਾ ਜਾਂਦਾ ਤਾਂ ਸੰਤਾਂ ਦੀ ਸ਼ਹੀਦੀ ਦਾ ਬਹੁਤ ਵੱਡਾ ਉਭਾਰ ਆਉਣਾ ਸੀਗਾ ਤੇ ਜੋਸ਼ ਆਉਣਾ ਸੀ, ਤੇ ਉਹਨੂੰ ਉਦੋਂ ਮਤਲਬ ਏਜੰਸੀਆਂ ਨੇ ਇਹ ਕਹਾਇਆ ਗਿਆ ਕਿ ਸੰਤ ਜਿਉਂਦੇ ਹੈ। ਲੇਕਿਨ ਉਹ ਕਿਤਾਬ ਅੱਜ ਵੀ ਜੇ ਕਿ ਮੇਰੇ ਜਿਹੜੇ ਸਰੋਤੇ ਦੇਖਣ, ਪੜ੍ਹਨ ਤਾਂ ਉਹਦੇ ਵਿੱਚ ਉਹੀ ਫੋਟੋ ਸੰਤਾਂ ਦੀ ਮਾਰਕ ਟੱਲੀ ਤੇ ਸਤੀਸ਼ ਜੈਕਬ ਨੇ 84 ਤੋਂ 2-3 ਸਾਲ ਬਾਅਦ ਉਹ ਕਿਤਾਬ ਛਾਪੀ ਹੈ, ਉਹਦੇ ਵਿੱਚ ਉਹ ਦਿੱਤੀ ਹੋਈ ਹੈ। ਜਿਹੜੀ ਫੋਟੋ ਫਿਰ 7-8-10 ਸਾਲ ਬਾਅਦ ਡਿਕਲੇਅਰ ਸੰਤ ਕੀਤੇ ਕਿ ਸੰਤ ਦਾ ਜੀ ਸ਼ਹੀਦ ਹੋ ਗਏ, ਉਹ ਫੋਟੋ ਉਦੋਂ ਫਿਰ ਉਹਨਾਂ ਨੇ ਕਿਹਾ। ਮਤਲਬ ਮੈਂ ਸਮਝਦਾ ਕਿ ਜਿਵੇਂ ਸੰਤਾਂ ਦੀ ਸ਼ਹੀਦੀ ਨੂੰ ਵੀ ਨੀਵਾਂ ਕਰਨ ਲਈ 10 ਸਾਲ ਕਹੀ ਗਏ ਜੀ ਸੰਤ ਤਾਂ ਜਿਉਂਦੇ ਹੈ, ਇਸੇ ਤਰ੍ਹਾਂ ਇਹ ਜਿਹੜੇ ਮੋਰਚੇ ਲੱਗੇ ਹੈ, ਇਹ ਮੋਰਚੇ ਜਿਵੇਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਕਿਸਾਨਾਂ ਦੀ ਲੜਾਈ ਲੜਨ ਦੇ ਲਈ, ਜਿਵੇਂ ਹਰ ਜਗ੍ਹਾ ਕਿਸਾਨਾਂ ਦਾ ਮੋਰਚਾ ਹੈ, ਲੇਕਿਨ ਜਿਹੜਾ ਇਹ ਮੋਰਚਾ ਹੈ ਇਹ ਵੀ ਦੀਪ ਸਿੱਧੂ ਉਹਨਾਂ ਨੇ ਕਿਸਾਨਾਂ ਦੀ ਲੜਾਈ ਦੇ ਲਈ ਲਾਇਆ ਸੀ। ਲੇਕਿਨ ਉਹਨਾਂ ਤੋਂ ਵੀ ਅੱਗੇ ਜਾ ਕੇ ਕੁਝ ਮੰਗਾਂ, ਜਿਵੇਂ ਸੂਬੇ ਨੂੰ ਵੱਧ ਅਧਿਕਾਰਾਂ ਦੀ ਮੰਗ, ਜਾਂ ਜਿਹੜਾ ਆਨੰਦਪੁਰ ਦਾ ਮਤਾ ਹੈ, ਆਨੰਦਪੁਰ ਦੇ ਮਤੇ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਸੀਗੀਆਂ ਉਹ ਮਤਾ ਵੀ ਉਹਨਾਂ ਸਮਿਆਂ ਤੋਂ, ਕਿਉਂਕਿ
ਅੱਜ ਆਪਾਂ ਜੇ ਗੱਲ ਕਰਦੇ ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਜਾਂ 1984 ਦੇ ਵਿੱਚ ਹੋਏ ਅਟੈਕ ਦੀ, ਤਾਂ ਉਹਦੇ ਪਿੱਛੇ ਵੀ ਆਨੰਦਪੁਰ ਸਾਹਿਬ ਦੇ ਮੱਤੇ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ। ਉਹਦੇ ਪਿੱਛੇ ਵੀ ਆ ਜਿਹੜੀ SYL ਨਹਿਰ ਹੈ, ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ। ਜੇ ਲੜਾਈ ਦੀ ਗੱਲ ਕਰੀਏ, ਆ ਸਾਡੇ ਸਾਰੇ ਪੁਰਾਣੇ ਬੈਠੇ ਆ ਸਿਹਰਾ ਸਾਹਿਬ ਨਹੀਂ, ਇਹਨਾਂ ਨੂੰ ਤਾਂ ਪਤਾ ਹੈ, ਕਿਉਂਕਿ ਜਿੱਥੇ ਆ ਸ਼ੰਭੂ ਮੋਰਚਾ ਲੱਗਿਆ ਹੈ, ਇੱਥੋਂ 7 ਕਿਲੋਮੀਟਰ ਦੂਰ ਕਪੂਰੀ ਹੈ, ਕਪੂਰੀ ਦਾ ਮੋਰਚਾ ਲੱਗਿਆ ਸੀ। ਉਹ ਕਪੂਰੀ ਦਾ ਮੋਰਚਾ SYL ਨੂੰ ਨਹਿਰ ਨੂੰ ਰੋਕਣ ਲਈ ਲੱਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਜਦੋਂ 78 ਦੇ ਵਿੱਚ CM ਸੀਗੇ, 77 ਦੇ ਵਿੱਚ, ਉਦੋਂ ਇਹ ਆਪ ਦਾ ਅਵਾਰਡ ਲੈ ਰਹੇ ਆ, ਸਤਲੁਜ ਯਮਨਾ ਨਹਿਰ ਦੀ ਲਿੰਕ ਦੀ ਜ਼ਮੀਨ ਅਕਵਾਇਰ ਕਰਾ ਰਹੇ ਆ, ਆਪ ਪੈਸੇ ਲੈ ਰਹੇ ਹੈ। ਜਦੋਂ ਇਹ ਪੈਸੇ ਲੈ ਕੇ ਜ਼ਮੀਨ ਦੇ ਦਿੱਤੀ ਗਈ, ਇਹਨਾਂ ਨੇ ਆਪ ਸਾਈਨ ਕਰਕੇ, ਉਦੋਂ ਬਾਅਦ ਇਹਨਾਂ ਨੇ ਫਿਰ ਜਦੋਂ ਚੀਫ ਮਿਨਿਸਟਰੀ ਇਹਨਾਂ ਕੋਲ ਰਹੀ ਨਾ ਦਰਬਾਰਾ ਸਿੰਘ ਆ ਗਿਆ, ਫਿਰ ਇਹ ਆਪ ਨਹਿਰ ਦੇ ਵਿਰੁੱਧ ਹੋ ਜਾਂਦੇ ਆ। ਔਰ ਜਦੋਂ ਇਹਨਾਂ ਦੀ ਸਪੀਚ ਵਿਧਾਨ ਸਭਾ ਦੇ ਵਿੱਚ ਹੁੰਦੀ ਹੈ, ਤਾਂ ਉਦੋਂ ਦੀਆਂ ਅਖਬਾਰਾਂ ਨੇ ਲਿਖਿਆ ਕਿ ਉਸ ਸਮੇਂ ਪਿੰਨ ਡ੍ਰੌਪ ਸੀਗਾ, ਕਿ ਜੇਕਰ ਕੋਈ ਪਿੰਨ ਵੀ ਗਿਰ ਜਾਂਦਾ ਹੈ, ਪੱਗ ਪਿੰਨ, ਤਾਂ ਉਹ ਵੀ ਇੰਨੀ ਸਾਇਲੈਂਟ ਸੀਗੀ ਉਸ ਸਮੇਂ, ਤਾਂ ਉਹ ਵੀ ਸੁਣਦਾ ਸੀ। ਔਰ ਇਹ ਕਹਿ ਰਹੇ ਹੈ ਕਿ ਹੁਣ ਜੇ ਨਹਿਰ ਨਿਕਲੂਗੀ ਤਾਂ ਸਾਡੀਆਂ ਛਾਤੀਆਂ 'ਚ ਗੋਲੀਆਂ ਵੱਜਣਗੀਆਂ। ਪ੍ਰਕਾਸ਼ ਸਿੰਘ ਬਾਦਲ ਇੰਨੀ ਭਾਵੁਕਤਾ ਵਾਲੀ ਸਪੀਚ ਕਰ ਰਹੇ ਹੈ। ਨਹਿਰ ਵੀ, ਜ਼ਮੀਨ ਵੀ ਆਪ ਅਕਵਾਇਰ ਕਰਾਈ, ਅਤੇ ਗੁੜਗਾਵਾਂ ਹੋਟਲ ਦੀ ਵੀ ਜ਼ਮੀਨ ਲੈ ਲਈ, ਅਤੇ ਬਾਅਦ ਦੇ ਵਿੱਚ ਕਹਿੰਦੇ ਜੀ ਅਸੀਂ ਗੋਲੀਆਂ ਵੀ ਖਾਵਾਂਗੇ, ਮੋਰਚਾ ਵੀ ਲਾਤਾ। ਸੋ ਮੇਰੇ ਕਹਿਣ ਦਾ ਭਾਵ ਇਹ ਹੈ, ਉਹ ਤੋਂ ਬਾਅਦ ਸੰਤਾਂ ਨੇ ਆਨੰਦਪੁਰ ਸਾਹਿਬ ਦੇ ਮੱਤੇ ਦੇ ਉੱਤੇ ਪਹਿਰਾ ਦੇਣ ਦੇ ਲਈ ਮੋਰਚਾ ਸ਼੍ਰੀ ਉੱਥੇ ਆਪਣਾ ਅੰਮ੍ਰਿਤਸਰ ਲਾਤਾ। ਹੁਣ ਲੋਕ ਤੁਰਦੇ ਆ ਸੱਚੇ ਬੰਦੇ ਦੇ ਨਾਲ। ਲੋਕਾਂ ਦੀ ਜਿਹੜੀ ਭੀੜ ਹੈ ਜਾਂ ਲੋਕਾਂ ਦਾ ਜਿਹੜਾ ਇਕੱਠ ਹੈ, ਉਹ ਸੰਤਾਂ ਕੰਨੀ ਹੋਣ ਲੱਗਿਆ। ਇਹਨਾਂ ਨੂੰ ਬਾਦਲਾਂ ਨੂੰ ਜਾਂ ਉਹਨਾਂ ਨੂੰ ਲੱਗਿਆ ਕਿ ਸਾਡੀ ਜਿਹੜਾ ਇਹ ਕਪੂਰੀ ਦਾ ਮੋਰਚਾ ਫੇਲ ਹੋਣ ਲੱਗਿਆ। ਕਿਉਂਕਿ ਮੇਰਾ ਤਾਂ 76 ਦਾ ਜਨਮ ਹੈ, ਅਸੀਂ ਤਾਂ ਛੋਟੇ ਸੀਗੇ, ਜੋ ਉਦੋਂ ਦੀਆਂ ਲੇਖਕਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ 'ਚ ਪੜ੍ਹਿਆ, ਇਹ ਮੋਰਚਾ ਇਹਨਾਂ ਨੂੰ ਜਦੋਂ ਫੇਲ ਹੁੰਦਾ ਦਿਖਿਆ, ਤਾਂ ਇਹਨਾਂ ਨੇ ਆਪਣਾ ਇੱਕ ਪੂਰੀ ਮੋਰਚਾ ਉਸ ਮੋਰਚੇ ਦੇ ਵਿੱਚ ਸ਼ਾਮਲ ਕਰ ਲਿਆ। ਅਤੇ ਉਦੋਂ ਲਗਾਤਾਰ ਫਿਰ ਗ੍ਰਿਫਤਾਰੀਆਂ ਦਾ ਦੌਰ ਹੁੰਦਾ ਰਿਹਾ, ਬਹੁਤ ਲੰਬਾ ਚੱਲਿਆ, ਉੱਥੇ ਤਕਰੀਰਾਂ ਹੁੰਦੀਆਂ ਸੀ। ਅੰਤਤಃ ਗੋਲੀਆਂ ਕਿਸ ਨੂੰ ਖਾਣੀਆਂ ਪਈਆਂ? ਦੇਖੋ, ਮੈਂ ਇਹ ਗੱਲ ਕਹਿਣਾ ਹੈ ਕਿ ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕੋ ਗੱਲ ਕਹਿੰਦੇ ਰਹੇ ਕਿ ਤੁਸੀਂ ਜਿਨ੍ਹਾਂ ਨੇ ਆਨੰਦਪੁਰ ਦਾ ਮਤਾ ਲਿਖਿਆ ਅਤੇ ਜਿਨ੍ਹਾਂ ਦੇ ਸਾਈਨ ਹੋਣ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੀ ਸੀਗੇ, ਸਾਡੇ ਪ੍ਰਕਾਸ਼ ਸਿੰਘ ਬਾਦਲ ਜੀ ਵੀ ਸੀਗੇ। ਮੇਰਾ ਖਿਆਲ ਹੈ ਸੰਤ ਜਰਨੈਲ ਸਿੰਘ ਜੀ ਤਾਂ ਸੀਗੇ ਨਹੀਂ, ਉਹਨਾਂ ਦੇ ਤਾਂ ਸਾਈਨ ਨਹੀਂ ਸੀ, ਉਹ ਤਾਂ ਇਹਨਾਂ ਦੀ ਪਹਿਰੇਦਾਰੀ ਕਰਦੇ ਰਹੇ ਕਿ ਤੁਸੀਂ ਇਹ 'ਤੇ ਪਹਿਰੇਦਾਰੀ ਦਿਓ। ਸੋ ਦੇਖੋ, ਗੋਲੀਆਂ ਦਾ ਸੰਤ ਜਰਨੈਲ ਸਿੰਘ ਜੀ ਉਹ ਖਾ ਕੇ ਗਏ, ਸ਼ਹੀਦੀ ਤਾਂ ਉਹੀ ਪਾ ਕੇ ਗਏ, ਲੇਕਿਨ ਇਹ ਉਹਨਾਂ ਗੱਲਾਂ ਦੇ ਉੱਤੇ ਸਪੀਚਾਂ ਦੇ ਕੇ ਇਹ ਆਪਣੀਆਂ ਮੁੱਖ ਮੰਤਰੀਸ਼ਿਪਾਂ ਤੇ ਆਪਣੀ ਰਾਜਨੀਤੀ ਕੱਢਦੇ ਰਹੇ। ਕੋਈ 2 ਵਾਰੀ ਬਣ ਗਿਆ, ਕੋਈ 5 ਵਾਰੀ ਬਣ ਗਿਆ। ਸੋ ਇਸ ਕਰਕੇ ਜਿਹੜੀ ਕਤਲੋਗਾਰਤ ਹੋਈ, ਉਹ ਹੋਈ ਤਾਂ ਜੀ SYL ਨਹਿਰ ਤੋਂ ਬਾਅਦ, ਪੰਜਾਬ ਦੇ ਨਾਲ ਹੋਏ ਧੱਕੇ ਤੋਂ ਬਾਅਦ, ਪੰਜਾਬ ਦੇ ਨਾਲ ਲਗਾਤਾਰ ਜੋ ਦਿੱਲੀ ਨੇ ਧੱਕਾ ਕਰਿਆ, ਕਦੇ ਪਾਣੀ ਖੋਏ, ਕਦੇ ਪੰਜਾਬ ਨੂੰ ਕਿਸੇ ਢੰਗ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਅਸਲ ਕਹਾਣੀ ਤਾਂ ਪੰਜਾਬ ਨੂੰ ਬਰਬਾਦ ਕਰਨ ਦੀ ਇਹੀ ਹੈ, ਔਰ ਅੱਜ ਵੀ ਇਹ ਲਗਾਤਾਰ ਜਾਰੀ ਹੈ। ਭਾਵੇਂ ਉਹ ਕਦੇ ਇੰਦਰਾ ਗਾਂਧੀ ਦੇ ਰੂਪ ਦੇ ਵਿੱਚ ਹੋਵੇ, ਕਦੇ ਮੋਦੀ ਦੇ ਰੂਪ ਵਿੱਚ ਹੋਵੇ, ਦਿੱਲੀ ਨੇ ਪੰਜਾਬ ਦੇ ਨਾਲ ਹਮੇਸ਼ਾ ਧੱਕਾ ਕੀਤਾ। ਦਿੱਲੀ ਨੇ ਪੰਜਾਬ ਦੇ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪਰ ਅਗਰ ਗੱਲ ਪੰਜਾਬ ਦੀ, ਪੰਜਾਬੀਅਤ ਦੀ, ਜਾਂ ਕਹਿ ਸਕਦੇ ਹਾਂ ਆਵਾਮ ਦੀ ਜ਼ਹਿਨੀਅਤ ਦੀ ਕੀਤੀ ਜਾਵੇ, ਤਾਂ ਉਸ ਦੇ ਨਾਲ ਕਿੱਦਾਂ ਖਿਲਵਾੜ ਕੀਤਾ ਜਾਂਦਾ ਹੈ, ਉਹ ਵੀ ਤੁਸੀਂ ਹੁਣ ਬਾਖੂਬ ਬਿਆਨ ਕੀਤਾ। ਕਿਉਂਕਿ ਇੱਕ ਪਾਸੇ 31 ਅਕਤੂਬਰ ਨੂੰ ਸੋਧਾ ਲਾਇਆ ਜਾਂਦਾ ਹੈ ਇੰਦਰਾ ਗਾਂਧੀ ਨੂੰ, ਅਤੇ ਦੂਜੇ ਪਾਸੇ ਹੁਣ 1 ਨਵੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਪੰਜਾਬ ਡੇ ਮਨਾਇਆ ਜਾਂਦਾ, ਅਗਰ ਮੈਂ ਗਲਤ ਨਹੀਂ ਹਾਂ ਤਾਂ। ਅਤੇ ਦੂਸਰੇ ਪਾਸੇ 1 ਨਵੰਬਰ ਤੋਂ ਹੀ ਕਤਲੇਆਮ ਸ਼ੁਰੂ ਹੋਇਆ ਸੀ ਪੰਜਾਬੀਆਂ ਦਾ, ਕਹਿ ਸਕਦੇ ਹਾਂ ਕਿ ਨਸਲਕੁਸ਼ੀ ਸ਼ੁਰੂ ਹੋਈ ਸੀ ਪੰਜਾਬੀਆਂ ਦੀ। ਸਾਨੂੰ ਹਮੇਸ਼ਾ ਸਮੇਂ-ਸਮੇਂ ਸਿਰ ਇਹ ਸਰਕਾਰਾਂ ਆਪਣੀ ਨੀਤੀਆਂ ਦੇ ਨਾਲ, ਆਪਣੀਆਂ ਰਣਨੀਤੀਆਂ ਦੇ ਨਾਲ ਮਾਰਦੀਆਂ ਆਈਆਂ ਨੇ, ਪੜਤਾੜਦੀਆਂ ਆਈਆਂ ਨੇ। ਤੁਸੀਂ 84 ਦਾ ਪੂਰਾ ਦ੍ਰਿਸ਼ ਬਿਆਨ ਕੀਤਾ ਕਿ ਕਿੱਦਾਂ ਕਪੂਰੀ ਦੇ ਮੋਰਚੇ ਤੋਂ ਜਾ ਕੇ ਸੰਤਾਂ ਦੇ ਨਾਲ ਬਾਦਲ ਮਿਲੇ। ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਕਿ ਕੌਣ-ਕੌਣ ਉੱਥੋਂ ਹੱਥ ਖੜੇ ਕਰਕੇ ਬਾਹਰ ਆਇਆ ਸੀ ਦਰਬਾਰ ਸਾਹਿਬ ਤੋਂ, ਕਿੱਦਾਂ ਹਮਲਾ ਸਾਰਾ ਦਾ ਸਾਰਾ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿ ਉਦੋਂ ਵੀ ਉਹ ਬਹੁਤ ਸੋਚੀ ਸਮਝੀ ਇੱਕ ਪਲੈਨਿੰਗ ਸੀਗੀ, ਅਤੇ ਅੱਜ ਵੀ ਜਿਹੜੇ ਮੋਰਚੇ 'ਤੇ ਅਸੀਂ ਬੈਠੇ ਹਾਂ, ਇਹਨੂੰ ਵੀ ਢਾਹ ਲਾਉਣ ਵਾਸਤੇ ਬੜੀਆਂ ਪਲੈਨਿੰਗਸ ਚੱਲ ਰਹੀਆਂ ਹੋਣਗੀਆਂ? ਦੇਖੋ, ਗੱਲ ਉਹੀ ਬਾਰ-ਬਾਰ ਆ ਜਾਂਦੀ ਹੈ। ਹੁਣ ਕਿਹਾ ਜਾਂਦਾ ਹੈ ਵੀ ਇਸ ਮੋਰਚੇ ਦੇ ਵਿੱਚ ਖਾਲਿਸਤਾਨ ਦਾ ਨਾਅਰਾ ਲਾਤਾ। ਜੇ ਆਪਾਂ ਕੋਰਟ ਦੀ ਗੱਲ ਕਰੀਏ ਤਾਂ ਕੋਰਟ ਸਾਨੂੰ ਇਜਾਜ਼ਤ ਦਿੰਦਾ, ਅਸੀਂ ਆਪਣੀ ਗੱਲ ਕਰ ਸਕਦੇ ਹਾਂ, ਆਪਣੀ ਗੱਲ ਕਹਿ ਸਕਦੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਰ ਮੈਂ ਇੱਕ ਗੱਲ, ਮੇਰੀ ਗੱਲ ਸੁਣਨ ਵਾਲੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਹੈ ਕਿ ਜੇਕਰ ਨਾਅਰਾ ਲਾਉਣ ਦੇ ਨਾਲ ਸਾਨੂੰ ਸਾਡਾ ਖਾਲਿਸਤਾਨ, ਮਤਲਬ ਜਿਹੜੇ ਲੋਕ ਇਹ ਮਹਿਸੂਸ ਕਰਦੇ ਆ ਕਿ ਖਾਲਿਸਤਾਨ ਹੀ ਸਾਡੀ ਸਭ ਤੋਂ ਮੇਨ ਚੀਜ਼ ਹੈ, ਖਾਲਿਸਤਾਨ ਦੇ ਨਾਲ ਸਾਨੂੰ ਸਾਰੀਆਂ ਗੱਲਾਂ ਪ੍ਰਾਪਤ ਹੋ ਸਕਦੀਆਂ, ਔਰ ਇੱਕ ਨਾਅਰਾ ਲਾਉਣ ਦੇ ਨਾਲ ਖਾਲਿਸਤਾਨ ਮਿਲਦਾ ਹੈ, ਤਾਂ ਮੈਂ ਉਹਨਾਂ ਸੱਜਣਾਂ ਨੂੰ ਜ਼ਰੂਰ ਕਹਿਣਾ ਹੈ ਜਿਹੜੇ ਸਾਡੇ ਸਤਿਕਾਰਯੋਗ ਸੱਜਣ ਮਾਨ ਸਾਹਿਬ ਦੇ ਪਿਛਲੇ ਪਾਸੇ ਸਾਡੇ ਬੈਠੇ ਹੋ, ਸਾਡੇ ਨਾਲੋਂ ਜ਼ਿਆਦਾ ਸਤਿਕਾਰਯੋਗ ਹੈ, ਵੀ
ਇਹ ਜਿਵੇਂ ਇੱਥੇ ਨਾਰਾ ਲਾਇਆ ਇਸੇ ਤਰ੍ਹਾਂ ਅਸੀਂ ਵੀ ਉਹਨਾਂ ਦੇ ਨਾਲ ਚੱਲਦੇ ਹਾਂ। ਜਿੰਨੇ ਵੀ ਕਿਸਾਨ ਯੂਨੀਅਨ ਦੇ ਮੋਰਚੇ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਆ, ਆਪਾਂ ਉੱਥੇ ਇੱਕ ਨਾਰਾ ਮਾਰੀਏ, ਉੱਥੇ ਇੱਕ ਨਾਰਾ ਮਾਰ ਕੇ ਆਪਾਂ ਜੇ ਨਾਰੇ ਨਾਲ ਹੀ ਕੰਮ ਚੱਲਦਾ ਹੋਵੇ ਤਾਂ ਆਪਾਂ ਉਹਨਾਂ ਧਰਨਿਆਂ ਦੇ ਵਿੱਚ ਵੀ ਨਾਰੇ ਮਾਰੀਏ ਤਾਂ ਕਿ ਆਪਾਂ ਨੂੰ ਸਾਡਾ ਕੌਮੀ ਘਰ ਮਿਲ ਜਾਵੇ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਹਿਲਾਂ ਆਪਾਂ ਫਿਰ ਉਹਨਾਂ ਨੂੰ ਮੈਂ ਕਹਿਣਾ ਕਿ ਪਹਿਲਾਂ ਆਪਾਂ ਉਹ ਕੌਮੀ ਲੜਾਈ ਲੜ ਲੈਂਦੇ ਹਾਂ, ਕਿਸਾਨਾਂ ਦੀ ਲੜਾਈ ਆਪਾਂ ਬਾਅਦ 'ਚ ਲੜ ਲਾਂਗੇ, ਕਿਉਂਕਿ ਨਾਰਾ ਮਾਰਨ ਦੇ ਨਾਲ ਸਾਨੂੰ ਸਾਡਾ ਕੌਮੀ ਘਰ ਹੀ ਜਦ ਮਿਲ ਗਿਆ, ਸਾਡਾ ਦੇਸ਼ ਹੀ ਆਜ਼ਾਦ ਹੋ ਗਿਆ, ਸਾਨੂੰ ਸਾਡਾ ਆਜ਼ਾਦ ਫਿਰ ਸਾਡੇ ਤਾਂ ਆਪੇ ਜੀ ਆਰਡੀਨੈਂਸ ਵੀ ਖਤਮ ਹੋ ਜਾਣਗੇ, ਅਸੀਂ ਆਪਣੇ ਆਰਡੀਨੈਂਸ ਬਣਾਵਾਂਗੇ, ਆਪਣੀ ਉਹ ਹੋਊਗੀ। ਇਸ ਕਰਕੇ ਮੈਂ ਉਹਨਾਂ ਮਿੱਤਰਾਂ ਨੂੰ ਜ਼ਰੂਰ ਕਹਿਣਾ ਹੈ ਕਿ ਕੱਲ੍ਹ ਤੋਂ ਹੀ ਸ਼ੁਰੂ ਕਰ ਲਓ। ਆ ਸ਼ੰਭੂ ਅਗਲੇ ਪਾਸੇ ਕਿਸਾਨ ਯੂਨੀਅਨ ਦਾ ਮੋਰਚਾ ਲੱਗਿਆ, ਉਹ ਮੇਰੇ ਨਾਲ ਚੱਲਣ, ਆਪਾਂ ਇੱਕ ਨਾਰਾ ਉੱਥੇ ਮਾਰਦੇ ਹਾਂ, ਉਹ ਤੋਂ ਬਾਅਦ ਜਿੰਨੇ ਵੀ ਟੋਲ ਪਲਾਜ਼ਿਆਂ ਦੇ ਉੱਤੇ ਲੱਗੇ ਮੈਂ ਇੱਕ ਨਾਰਾ ਉੱਥੇ ਮਾਰਦੇ ਹਾਂ, ਨਾਰੇ ਪੂਰੇ ਹੋ ਜਾਣਗੇ, ਸਾਡਾ ਕੌਮੀ ਘਰ ਬਣ ਜਾਊਗਾ। ਕੌਮੀ ਘਰ ਬਣ ਜਾਏਗਾ। ਗੱਲ ਤਾਂ ਉੱਥੇ ਆਏ ਖੜਦੀਆਂ ਨੇ ਕਿ ਅਗਰ ਕਹਿੰਦੇ ਨੇ ਕਿ ਪ੍ਰਜਾ ਦਾ ਰਾਜਾ ਚੰਗਾ ਹੋਵੇ ਤਾਂ ਫਿਰ ਪ੍ਰਜਾ ਕਿਉਂ ਰੋਵੇ। ਜੇਕਰ ਕੈਪਟਨ ਅਮਰਿੰਦਰ ਸਿੰਘ ਅੱਜ ਸਟੈਂਡ ਲੈ ਲੈਂਦੇ ਨੇ, ਜੇਕਰ ਅੱਜ ਦਿੱਲੀ ਨੂੰ ਕਹਿ ਦਿੰਦੇ ਨੇ ਕਿ ਸਾਡੇ ਸੂਬੇ 'ਚ ਤੁਸੀਂ ਵੜ ਕੇ ਵਿਖਾਇਓ, ਤੁਸੀਂ ਸਾਡੇ ਨਾਲ ਮਤਰੇਆ ਸਲੂਕ ਕਰ ਰਹੇ ਹੋ, ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਕੇਂਦਰ ਸੱਜੇ ਖੱਬੇ ਵੇਖੇ ਜਾਂ ਬਹਾਨੇ ਬਣਾਵੇ। ਕੇਂਦਰ ਤਾਂ ਕਦੇ ਟ੍ਰੇਨਾਂ ਰੋਕਦਾ ਹੈ, ਕਦੀ ਮਾਲ ਗੱਡੀਆਂ ਰੋਕਦਾ ਹੈ, ਤੇ ਕਦੀ ਕੋਈ ਹੋਰ ਫਤਵੇ ਜਾਰੀ ਕਰਦਾ ਹੈ ਕਿ ਜੇ ਪਰਾਲੀ ਸਾੜੋਗੇ ਤਾਂ ਹੁਣ 1 ਕਰੋੜ ਦਾ ਤੁਹਾਨੂੰ ਜੁਰਮਾਨਾ ਹੋਏਗਾ, 5 ਸਾਲ ਦੀ ਸਜ਼ਾ ਹੋਏਗੀ। ਪਰ ਇਹ ਸਾਰੀ ਗੰਦੀ ਤੇ ਘਟੀਆ ਸਿਆਸਤ ਹੁਣ ਦੀ ਨਹੀਂ, ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ। ਇਸ ਲਈ ਮੈਂ ਪਹਿਲਾਂ ਸ਼ੁਰੂਆਤ 'ਚ ਕਿਹਾ ਸੀ, ਇੰਦਰਾ ਦੀ ਜਦੋਂ ਗੱਲ ਕੀਤੀ ਸੀ ਕਿ ਬੁੱਚੜਾਂ ਦੀ ਉਹ ਮਾਂ ਹੈ ਤੇ ਹੁਣ ਵੀ ਬੁੱਚੜ ਬੈਠੇ ਹੋਏ ਨੇ ਜਿਨ੍ਹਾਂ ਨੇ ਬਾਦਸਤੂਰ ਉਹ ਚੀਜ਼ਾਂ ਰਵਾਇਤਾਂ ਜਾਰੀ ਰੱਖੀਆਂ ਨੇ, ਉਹ ਚਾਹੇ ਕੈਪਟਨ ਸਾਹਿਬ ਦੇ ਰੂਪ ਦੇ ਵਿੱਚ ਹੋਣ ਤੇ ਜਾਂ ਮੋਦੀ ਸਾਹਿਬ ਦੇ ਰੂਪ ਦੇ ਵਿੱਚ। ਹੁਣ ਉਹਨਾਂ ਨੂੰ ਸਾਹਿਬ ਕਹਿਣਾ ਸਾਡੀ ਮਜਬੂਰੀ ਬਣ ਗਿਆ, ਕਿਉਂਕਿ ਅਸੀਂ ਬੇਵਕੂਫੀਆਂ ਕੀਤੀਆਂ ਨੇ, ਅਸੀਂ ਵੋਟਾਂ ਪਾਈਆਂ ਨੇ, ਅਸੀਂ ਜਿਤਾਏ ਆ, ਅਸੀਂ ਕੁਰਸੀਆਂ ਤੇ ਬਿਠਾਏ ਆ, ਤੇ ਹੁਣ ਸਾਡਾ ਹੱਕ ਬਣਦਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਗਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨਾ ਹੈ, ਪੰਜਾਬ ਬਚਾਉਣਾ ਹੈ, ਪੰਜਾਬੀਅਤ ਬਚਾਉਣੀ ਹੈ, ਆਪਣੇ ਆਪ ਦੀ ਲੜਾਈ ਲੜਨੀ, ਆਪਣੀ ਹੋਂਦ ਦੀ ਲੜਾਈ ਲੜਨੀ ਹੈ, ਤਾਂ ਇਹ ਕੀਤੀ ਹੋਈ ਗਲਤੀ ਅਸੀਂ ਸੁਧਾਰੀਏ। ਡਰਾਇਆ ਧਮਕਾਇਆ ਬਹੁਤ ਜਾਏਗਾ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਲਓਗੇ ਕੁਝ ਕੀ ਚੈਨਲ ਨੇ ਜੋ ਹੱਕ ਸੱਚ ਦੀ ਗੱਲ ਕਰਨਗੇ, ਬਹੁਤਾਤ ਚੈਨਲ ਨੈਸ਼ਨਲ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਅਜਿਹੇ ਨੇ ਜੋ ਪੀਲੀ ਪੱਤਰਕਾਰੀ ਕਰਦੇ ਨੇ, ਜੋ ਇਸ ਮੋਰਚੇ ਤੋਂ ਲੈ ਕੇ ਇਸ ਮੋਰਚੇ ਦੇ ਆਗੂਆਂ ਤੱਕ ਦਾ ਅਕਸ ਸਿਰਫ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ। ਤੁਹਾਡੇ ਜ਼ਿਹਨ 'ਚ ਇਹ ਗਲਤਫਹਿਮੀ ਪਾਉਣ ਦੀ ਕੋਸ਼ਿਸ਼ ਕਰਨਗੇ ਕਿ ਦੀਪ ਸਿੱਧੂ ਪ੍ਰੋਜੈਕਟ ਕੀਤਾ ਹੋਇਆ ਹੈ ਜੀ ਬੀਜੇਪੀ ਦਾ, ਇਹ ਤਾਂ ਸੋਚੀਆਂ ਸਮਝੀਆਂ ਚਾਲਾਂ ਨੇ, ਕਿਸੇ ਨੇ ਖਾਲਿਸਤਾਨ ਦੇ ਮਸਲੇ ਦੇ ਉੱਤੇ ਨਾਰਾ ਲਾਤਾ ਤੇ ਫਿਰ ਐਡਵੋਕੇਟ ਨੂੰ ਬਦਨਾਮ ਕਰਤਾ ਜਾਂ ਫਿਰ ਦੇਵਗਨ ਜੀ ਨੂੰ ਬਦਨਾਮ ਕਰਤਾ। ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਛੋਟੀਆਂ ਨੇ, ਅਸੀਂ ਇੱਕ ਚੀਜ਼ ਕਿਉਂ ਨਹੀਂ ਸੋਚਦੇ? ਬੇਸ਼ੱਕ ਮਾਨ ਸਾਹਿਬ ਦੇ ਬੰਦੇ ਹੋਣ ਜਾਂ ਫਿਰ ਕੋਈ ਵੀ ਹੋਵੇ, ਤੁਸੀਂ ਸਾਰੇ ਸਤਿਕਾਰਯੋਗ ਹੋ, ਜਿਨ੍ਹਾਂ ਨੇ ਜਿੰਨੀਆਂ ਘਾਲਣਾ ਕੀਤੀਆਂ ਨੇ ਪੰਜਾਬ ਵਾਸਤੇ, ਚਾਹੇ ਉਹ ਕਿਸਾਨ ਜਥੇਬੰਦੀਆਂ ਨੇ, ਸਾਰੇ ਸਤਿਕਾਰਯੋਗ ਹੋ। ਪਰ ਮੈਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹਾਂਗਾ ਕਿ ਕਿੰਨੇ ਸਾਲਾਂ ਤੋਂ, ਕਿੰਨੇ ਦਹਾਕਿਆਂ ਤੋਂ ਅਸੀਂ ਸਿਰਫ ਲੜ ਰਹੇ ਹਾਂ, ਮਰ ਰਹੇ ਹਾਂ, ਲਾਠੀਆਂ ਖਾ ਰਹੇ ਹਾਂ, ਡਾਂਗਾ ਖਾ ਰਹੇ ਹਾਂ ਮੰਗਾਂ ਵਾਸਤੇ। ਅੱਜ ਤੱਕ ਸਾਡੀਆਂ ਉਹਨਾਂ ਨੇ ਮੰਗਾਂ ਨਹੀਂ ਮੰਨੀਆਂ, ਤੁਸੀਂ ਹੱਕ ਕਿੱਥੋਂ ਮੰਗੋਗੇ? ਅੱਜ ਅਗਰ ਇੱਕ ਨੌਜਵਾਨ ਆਪਣਾ ਸਭ ਕੁਝ ਛੱਡ ਕੇ ਹੱਕ ਮੰਗਣ ਵਾਸਤੇ ਦਿੱਲੀ ਦੀ ਹਿੱਕ ਤੇ ਬੈਠਾ ਤਾਂ ਸਾਡਾ ਫਰਜ਼ ਬਣਦਾ ਹੈ ਅਸੀਂ ਆਪਣੇ ਨਿੱਜ ਤਿਆਗ ਕੇ, ਆਪਣੀਆਂ ਕੁਰਸੀਆਂ ਅਹੁਦੇਦਾਰੀਆਂ ਤਿਆਗ ਕੇ, ਛੱਡ ਕੇ ਆ ਕੇ ਮੋਢੇ ਨਾਲ ਮੋਢਾ ਲਾ ਕੇ ਇਸ ਨੌਜਵਾਨ ਨਾਲ ਖੜੇ ਹੋਈਏ ਤਾਂ ਜੋ ਅਸੀਂ ਇਹ ਮੋਰਚਾ ਫਤਿਹ ਕਰ ਸਕੀਏ। ਜੜ੍ਹਾਂ 'ਚ ਤੇਲ ਪਾਉਣ ਵਾਲੇ ਤਾਂ ਬਹੁਤ ਹੋਣਗੇ। ਹੁਣ ਜਿੰਨਾ ਦਾਰੋਮਦਾਰ ਚੱਲ ਰਿਹਾ ਹੈ ਤੁਸੀਂ ਆਪ ਦੇਖਿਆ, ਜੋ ਇਲਜ਼ਾਮ ਲੱਗੇ, ਦੀਪ ਸਿੱਧੂ ਵੀ ਬਾਰ-ਬਾਰ ਐਕਸਪਲੇਨੇਸ਼ਨਸ ਦਿੰਦਾ, ਮੈਂ ਵੀ ਦੇਖਦਾ, ਦੁਨੀਆ ਵੀ ਦੇਖਦੀ ਹੈ। ਆਵਾਮ ਨੂੰ ਬਹੁਤ ਚੰਗੀ ਤਰ੍ਹਾਂ ਇਹ ਨੌਜਵਾਨ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਐਕਚੁਅਲੀ ਪੋਲੀਟੀਕਲ ਪਾਰਟੀਆਂ ਦਾ ਸਟੇਟਸ ਕੀ ਹੈ, ਉਹਨਾਂ ਦੀ ਮੈਂਟੈਲਿਟੀ ਕੀ ਹੈ, ਉਹ ਕਿਹੜੇ ਮਾਪਦੰਡਾਂ ਦੇ ਉੱਤੇ ਕੰਮ ਕਰਦੀਆਂ ਨੇ। ਹੁਣ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਕਿਹੜੇ ਮਾਪਦੰਡਾਂ ਤੇ ਕੰਮ ਕਰਨਾ ਪਵੇਗਾ? ਕਿਉਂਕਿ 31 ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਹਿਲਾਂ ਟੁੱਟ ਗਈ, ਫਿਰ 30 ਰਹਿ ਗਈਆਂ ਸੀ, ਫਿਰ ਇੱਕ ਟੁੱਟ ਗਈ, 29 ਰਹਿ ਗਈਆਂ। ਹੁਣ ਪਤਾ ਨਹੀਂ ਕਦੋਂ ਉਹ ਦੁਆਰ ਤੋਂ ਇੱਕ ਮੰਚ ਤੇ ਇਕੱਠੀਆਂ ਹੋਣਗੀਆਂ। ਗਾਇਕ ਵੀ ਅਲੱਗ-ਅਲੱਗ ਥਾਂ ਦੇ ਉੱਤੇ ਆਪਣੇ ਰਾਗ ਬੇਸ਼ੱਕ ਅਲਾਪ ਰਹੇ ਨੇ, ਬੇਸ਼ੱਕ ਸੁਰ ਇੱਕੋ ਹੀ ਹੈ, ਪਰ ਇੱਕ ਦੂਜੇ ਵੱਲ ਪਿੱਠਾਂ ਨੇ। ਜਦੋਂ ਤੱਕ ਇਹ ਪਿੱਠਾਂ ਸਾਡੀਆਂ ਜੁੜਦੀਆਂ ਨਹੀਂ, ਤੁਹਾਨੂੰ ਲੱਗਦਾ ਅਸੀਂ ਮੋਰਚੇ ਫਤਿਹ ਕਰ ਲਾਂਗੇ? ਦੇਖੋ, ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਤੁਹਾਡਾ ਪ੍ਰੋਗਰਾਮ ਇਹ ਲੱਖਾਂ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਦੇਖਣਾ ਹੈ। ਹਾਕਮ ਸਿੰਘ ਐਡਵੋਕੇਟ ਤੋਂ ਅਚਨਚੇਤ ਗਲਤੀ ਹੋਈ ਹੈ, ਕੋਈ ਐਦਾਂ ਨਹੀਂ ਵੀ ਕਿਉਂਕਿ ਇੱਥੇ ਮਨਦੀਪ ਸਿੰਘ ਮੰਨਾ ਲੈਕਚਰ ਕਰ ਰਿਹਾ ਸੀ, ਉਹ ਮੁੰਡੇ ਨੇ ਆ ਕੇ ਇਨਕਲਾਬ ਦਾ ਨਾਅਰਾ ਮਾਰਤਾ, ਫਿਰ ਖਾਲਿਸਤਾਨ ਦਾ ਮਾਰਤਾ। ਸਾਨੂੰ ਹੱਕ ਮਿਲਿਆ, ਅਸੀਂ ਮਾਰ ਸਕਦੇ ਹਾਂ। ਚਲੋ ਉਹਨਾਂ ਨੂੰ ਅਸੀਂ ਵੀ ਕਿਹਾ, ਉਹਨਾਂ ਤੋਂ ਅਚਨਚੇਤ ਆਪਣਾ ਹਾਕਮ ਸਿੰਘ ਜੀ ਤੋਂ ਗਲਤੀ ਹੋ ਗਈ, ਉਹ ਦੇਣਾ ਨਹੀਂ ਚਾਹੀਦਾ ਸੀਗਾ। ਪਰੰਤੂ ਆਪਾਂ ਜੇ ਉਹਨਾਂ ਦੇ ਕਿਰਦਾਰ ਵੱਲ ਦੇਖੀਏ, ਪਿੱਛੇ ਜੇ ਇੱਕ ਲੜਕੀ ਦਾ ਗੋਲੀਆਂ ਮਾਰ ਕੇ ਡਾਂਸਰ ਸੀ ਕੁੜੀ, ਉਹ ਮਾਰ ਦਿੱਤੀ ਗਈ, ਡਾਂਸਰ ਕੁੜੀ, ਤਾਂ ਇਹ ਉਹਨਾਂ ਦੇ ਘਰੇ ਗਿਆ, ਗਰੀਬ ਸੀਗੇ ਪਰਿਵਾਰ, ਹਾਈ ਕੋਰਟ ਦਾ ਵਕੀਲ ਹੈ, ਇਹ ਉਹਦੇ ਘਰੇ ਗਿਆ, ਇਹਨੇ ਉਹਨਾਂ ਦਾ ਫ੍ਰੀ ਕੇਸ ਲੜ ਰਿਹਾ ਹੈ।
ਜਦੋਂ ਲੋਕਡਾਊਨ ਲੱਗਿਆ ਹੋਇਆ ਸੀਗਾ, ਲੋਕਡਾਊਨ ਦੇ ਵਿੱਚ ਮਾਫ ਕਰਨਾ ਹੋ ਸਕਦਾ ਜਦੋਂ ਮੈਂ ਪੈਰਵੀ ਨਹੀਂ ਕਰਦਾ, ਹਾਕਮ ਸਿੰਘ ਦੀ 150% ਗਲਤੀ ਹੈ। ਹਾਕਮ ਸਿੰਘ ਨੇ ਆਪਣੀਆਂ ਗੱਲਾਂ ਸਾਰੀਆਂ ਉਹਦੇ ਉੱਤੇ ਕਹੀਆਂ ਵੀ ਹੈ, ਚਲੋ ਮੋਰਚੇ ਦੇ ਵਿੱਚ ਉਹਦਾ ਰੋਲ ਵੀ ਹੈ। ਆਪਾਂ ਉਹਦੀ ਇੱਕ ਗਲਤੀ ਨੂੰ ਕੋਈ ਗਲਤੀ ਕਹਿ ਕੇ ਵੀ ਜੇ ਉਹ ਤੋਂ ਗਲਤੀ ਹੋ ਗਈ ਤਾਂ ਆਪਾਂ ਉਹਦੀ ਮਾਫੀ ਵੀ ਮੰਗ ਸਕਦੇ ਹਾਂ, ਪਰੰਤੂ ਆਪਾਂ ਜਿਹੜਾ ਉਹਨੇ ਜ਼ਿੰਦਗੀ ਦੇ ਵਿੱਚ ਜੋ ਉਹਦੇ ਲਈ ਕੀਤਾ ਹੈ, ਘਾਲਣਾ ਕੀਤੀ ਹੈ। ਹੁਣ ਜਦੋਂ ਪਿੱਛੇ ਲੋਕਡਾਊਨ ਦੇ ਵਿੱਚ ਪੁਲਿਸ ਕੁੱਟਦੀ ਸੀ, ਡੰਡੇ ਮਾਰਦੀ ਸੀ, ਤਾਂ ਉਹਨੇ 8-10 ਪੁਲਿਸ ਵਾਲਿਆਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਰਿਟ ਪਾਈ, ਤਾਂ ਪੁਲਿਸ ਵਾਲਿਆਂ ਨੂੰ ਉਹਨੇ ਰੋਕਿਆ। ਉਹ ਤੋਂ ਬਾਅਦ ਸੁਖਵੀਰ ਬਾਦਲ ਉਹਨੀ ਜਦੋਂ ਸੜਕਾਂ ਦੇ ਉੱਤੇ ਬਹਿੰਦੇ ਸੀਗੇ ਤਾਂ ਉਹ ਧਰਨੇ ਲਾਉਂਦੇ ਸੀ, ਉਹ ਕੇਸ ਪਿਆ ਵਾ ਸੀਗਾ, ਉਹ ਹਾਈ ਕੋਰਟ ਦੇ ਵਿੱਚ ਪਾਇਆ। ਸਿੱਧੂ ਮੂਸੇ ਵਾਲੇ ਨੇ ਗੋਲੀਆਂ ਚਲਾਈਆਂ ਜਿਹੜੀਆਂ AK-47, ਉਹ ਕੇਸ ਉਹਨੇ ਪੁੱਟ ਕੀਤਾ। ਇਹ ਮੈਂ ਇੱਕ ਕੇਸ ਕਹਿਣਾ, ਇਹ ਮੈਂ 3-4 ਕੇਸ ਦੱਸੇ ਆ। ਔਰ ਬੀਬੀ ਖਾਲੜਾ ਜੀ, ਜਿਨ੍ਹਾਂ ਦੀ ਇਲੈਕਸ਼ਨ ਦੇ ਵਿੱਚ ਦਿਨ ਰਾਤ ਇਹੀ ਹਾਕਮ ਸਿੰਘ ਐਡਵੋਕੇਟ ਫਿਰਦਾ ਰਿਹਾ। ਸੋ ਇਸ ਕਰਕੇ ਮੈਂ ਮਨੁੱਖੀ ਅਧਿਕਾਰਾਂ ਦੇ ਜਿਹੜੇ ਸਾਡੇ ਜਸਵੰਤ ਸਿੰਘ ਖਾਲੜਾ, ਜਿਹਨੂੰ ਸਾਰੀ ਕੌਮ ਹੀਰੋ ਮੰਨਦੀ ਹੈ, ਸੋ ਆਪਾਂ ਹਾਕਮ ਸਿੰਘ ਐਡਵੋਕੇਟ ਵੱਲੋਂ ਇੱਕ ਗਲਤੀ ਜੇ ਹੋ ਗਈ, ਅਸੀਂ ਵੀ ਮੰਨਦੇ ਹਾਂ, ਸਾਡੀ ਵੀ ਇਹ ਮਤਲਬ ਅਸੀਂ ਮੇਨ ਹੈ, ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਸੋ ਸਮੁੱਚੀ ਸੰਗਤ ਨੂੰ ਵੀ ਬੇਨਤੀ ਹੈ ਕਿ ਇਹ ਮੋਰਚੇ ਨੂੰ ਲਾਉਣ ਦੇ ਵਿੱਚ ਇਹ ਕਰਨ ਦਾ, ਹਾਲਾਂਕਿ ਜਿਨ੍ਹਾਂ ਬੰਦਿਆਂ ਨੇ ਮੈਨੂੰ ਬੁਲਾਇਆ ਸੀ ਉਹ ਬੰਦੇ 2 ਜਾਂ 3 ਦਿਨਾਂ ਬਾਅਦ ਆਏ ਵੀ ਨਹੀਂ। ਅਸੀਂ ਤਾਂ ਚਲੋ ਫੇਰ ਵੀ ਬੈਠੇ ਹਾਂ, ਹੋ ਸਕਦਾ ਮੈਨੂੰ ਵੀ ਲੋਕ ਗਾਲਾਂ ਕੱਢਦੇ ਹੋਣ। ਮੈਂ ਉਹਨਾਂ ਮਿੱਤਰਾਂ ਨੂੰ ਵੀ ਕਹਿਣਾ ਕਿ ਅੱਜ ਤੋਂ ਬਾਅਦ ਕੱਲ੍ਹ ਨੂੰ ਪਰਸੋਂ ਨੂੰ ਆ ਕੇ ਇਸ ਮੋਰਚੇ ਦੀ ਅਗਵਾਈ ਕਰਨ, ਇਸ ਮੋਰਚੇ ਦੇ ਵਿੱਚ ਸੰਗਤ ਲਿਆਉਣ, ਇਸ ਮੋਰਚੇ ਦੇ ਵਿੱਚ ਪੰਗਤ ਲਾਉਣ, ਲੰਗਰ ਲਾਉਣ। ਅਸੀਂ ਵੀ ਪਿੱਛੇ ਹਟ ਜਾਂਦੇ ਹਾਂ, ਕਿਹੜਾ ਸਾਡਾ ਮੋਰਚਾ ਹੈ ਜੀ, ਤਾਂ ਪੰਜਾਬੀਆਂ ਦਾ। ਮੈਂ ਪ੍ਰੀਤ ਜੀ ਸਟੇਜ ਤੇ ਆ ਕੇ ਹਮੇਸ਼ਾ ਕਹਿਣਾ ਕਿ ਅਸੀਂ ਨੌਜਵਾਨਾਂ ਨੂੰ ਲੀਡਰ ਬਣਾਉਣਾ ਚਾਹੁੰਦੇ ਹਾਂ, ਤਾਂ ਕਿ ਮੰਤਰੀਆਂ ਦੇ ਮੁੰਡੇ ਕੁੜੀਆਂ ਲੀਡਰ ਨਾ ਬਣਨ। ਸੋ ਇਸ ਕਰਕੇ ਮੈਂ ਦੇਵਗਨ ਜੀ ਦੀ ਗੱਲ ਕਰਦਾ ਹਾਂ, ਆਪਣਾ ਹਰਪ੍ਰੀਤ ਦੀ। ਹਰਪ੍ਰੀਤ ਬੜਾ ਭਾਵੁਕ ਬੰਦਾ ਹੈ, ਹਰਪ੍ਰੀਤ ਦਾ ਤਾਂ ਰੋਲ ਵੀ ਖੈਰ ਕੋਈ ਨਹੀਂ, ਉਹਦਾ ਵੈਸੇ ਹੀ ਚਲੋ ਲੋਕ ਕਹਿਣ ਲੱਗ ਜਾਂਦੇ ਆ, ਪਰੰਤੂ ਸੰਗਤ ਨੂੰ ਜ਼ਰੂਰ ਬੇਨਤੀ ਹੈ ਕਿ ਸੰਗਤ ਆਪ ਫੈਸਲਾ ਕਰੇ। ਜੇਕਰ ਕੋਈ ਇਹੋ ਜਿਹੀ ਭਾਵੁਕਤਾ ਵਾਲੀ ਗਲਤੀ ਨਾ ਤੋਂ ਹੋਊਗੀ ਤਾਂ ਸੰਗਤ ਬਖਸ਼ਣਹਾਰ ਹੈ। ਆਪਾਂ ਕਹਿੰਦੇ ਆ ਨਾ ਕਿ ਸੰਗਤ ਬਖਸ਼ਣਹਾਰ ਹੈ, ਸੰਗਤ ਆਪ ਵੀ ਬਖਸ਼ ਸਕਦੀ ਹੈ। ਅਸੀਂ ਵੀ ਮਾਫੀ ਮੰਗਦੇ ਹਾਂ ਜਦੋਂ ਉਸ ਚੀਜ਼ ਦਾ ਗਵਾਹ ਤਾਂ ਮੈਂ ਆਪ ਵੀ ਹਾਂ। ਉਦੋਂ ਅਸੀਂ ਇਕੱਠੇ, ਕਿਉਂਕਿ ਸੋਸ਼ਲ ਮੀਡੀਆ ਉੱਤੇ ਜਦੋਂ ਇਹ ਸਾਰਾ ਕੁਝ ਵਾਇਰਲ ਹੋਇਆ ਹੈ ਤੇ ਉਸ ਦੌਰਾਨ ਅਸੀਂ ਇੱਥੇ ਹੀ ਬੈਠੇ ਹੋਏ ਸੀ, ਦੀਪ ਵੀ ਸਾਡੇ ਨਾਲ ਸੀ, ਚੱਪੜ ਜੀ ਵੀ ਕੋਲ ਸੀ, ਤੇ ਉਦੋਂ ਮੈਂ ਆਪ ਵੇਖਿਆ ਕਿ ਦੀਪ ਨੇ ਸਾਹਮਣੇ ਚੱਪੜ ਜੀ ਨੂੰ ਹੀ ਇਹ ਗੱਲ ਕਹੀ ਸੀ, ਕੁਝ ਵੀ ਹੋ ਜੇ ਨੌਜਵਾਨ ਦੇ ਉੱਤੇ ਪਰਚਾ ਨਹੀਂ ਹੋਣਾ ਚਾਹੀਦਾ, ਤੇ ਇਹ ਨੇੜੇ ਹੋ ਗਏ ਸੀ। ਤੇ ਮੈਂ ਇਹ ਸਪਸ਼ਟੀਕਰਨ ਆਪਣੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਆਪਣੇ ਚੈਨਲ ਉੱਤੇ ਪਾਇਆ ਵੀ ਹੋਇਆ ਹੈ, ਤੇ ਨੀਚੇ ਕਮੈਂਟ ਵੀ ਅਜਿਹੇ ਆਏ ਹੋਏ ਨੇ ਕਿ ਸੈਣੀ ਥੋੜ੍ਹੀਆਂ ਥੋੜੀ ਜਿਹੀ ਸ਼ਰਮ ਕਰ ਲਿਆ ਕਰ ਯਾਰ, ਕਿਉਂ ਉਹਨਾਂ ਨੂੰ ਬਚਾ ਰਿਹਾ, ਕਿਉਂ ਉਹਨਾਂ ਦੀ ਸਾਈਡ ਲੈ ਰਿਹਾ। ਸਾਈਡ ਲੈਣ ਦੀ ਗੱਲ ਨਹੀਂ ਹੈ ਉਰੇ, ਗੱਲ ਸੱਚਾਈ ਤੇ ਇਮਾਨਦਾਰੀ ਦੀ। ਮੈਨੂੰ ਕਿਸੇ ਤੀਜੇ ਬੰਦੇ ਨੇ ਦੱਸਿਆ ਹੁੰਦਾ ਜਾਂ ਕਿਹਾ ਹੁੰਦਾ ਕਿ ਉਹ ਬੰਦੇ ਨੇ ਗਲਤੀ ਨਹੀਂ ਕੀਤੀ ਜਾਂ ਉਹ ਬੰਦੇ ਨੇ ਗਲਤੀ ਕੀਤੀ ਹੈ, ਤੇ ਮੈਂ ਕਿਸੇ ਦੀ ਕਹੀ ਸੁਣੀ ਗੱਲ ਦੇ ਉੱਤੋਂ ਵਿਸ਼ਵਾਸ ਕਰਕੇ ਕੋਈ ਚੀਜ਼ ਪਾਵਾਂ, ਤਾਂ ਤੁਸੀਂ ਕਹਿ ਸਕਦੇ ਹੋ ਮੈਂ ਕਿਸੇ ਦੀ ਸਾਈਡ ਲੈ ਰਿਹਾ। ਜਿਹੜੀਆਂ ਚੀਜ਼ਾਂ ਮੈਂ ਆਪ ਅੱਖੀਂ ਦੇਖੀਆਂ ਨੇ, ਜਿਹਨਾਂ ਦਾ ਮੈਂ ਆਪ ਗਵਾਹ ਹਾਂ, ਇਸ ਲਈ ਮੈਂ ਤੁਹਾਨੂੰ ਗਾਰੰਟੀ ਦੇ ਸਕਦਾ ਕਿ ਜੋ ਵੀ ਇਲਜ਼ਾਮ ਉਸ ਮਸਲੇ ਨੂੰ ਲੈ ਕੇ, ਖਾਲਿਸਤਾਨ ਦੇ ਮਸਲੇ ਨੂੰ ਲੈ ਕੇ ਲਗਾਏ ਗਏ ਨੇ ਮੋਰਚੇ ਉੱਤੇ ਜਾਂ ਮੋਰਚੇ ਦੇ ਆਗੂਆਂ ਉੱਤੇ, ਉਹ ਸਰਾਸਰ ਗਲਤ ਨੇ। ਐਡਵੋਕੇਟ ਸਾਹਿਬ ਤੋਂ ਗਲਤੀ ਚਲੋ ਹੋਈ ਹੈ, ਉਸ ਨੂੰ ਉਹ ਵੀ ਮੰਨਦੇ ਨੇ, ਉਸ ਨੂੰ ਸਾਰੀ ਦੀ ਸਾਰੀ ਮੋਰਚੇ ਦੇ ਜਿਹੜੇ ਆਗੂ ਨੇ, ਟੀਮ ਨੇ, ਉਹ ਵੀ ਮੰਨਦੇ ਨੇ, ਕਿਉਂਕਿ ਕਿਸੇ ਨਾ ਕਿਸੇ ਤੋਂ ਕਦੇ ਨਾ ਕਦੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ। ਪਰ ਸਾਡਾ ਫਰਜ਼ ਇਹ ਬਣਦਾ ਹੈ ਕਿ ਅਸੀਂ ਇਕਜੁੱਟ ਇਕਮੁੱਠ ਹੋ ਕੇ ਇਹ ਮੋਰਚਾ ਫਤਿਹ ਕਰੀਏ, ਦਿੱਲੀ ਵੱਲ ਨੂੰ ਚਾਲੇ ਪਾਉਣ ਦੀ ਸੋਚੀਏ, ਦਿੱਲੀ ਨੂੰ ਗੋਡੇ ਲਵਾਉਣ ਦੀ ਸੋਚੀਏ, ਕਿਉਂਕਿ ਉਹਨਾਂ ਦੀਆਂ ਚਾਲਾਂ ਹੁਣ ਪ੍ਰਬਲ ਹੋਣਗੀਆਂ, ਵਧਣਗੀਆਂ, ਕਿਉਂਕਿ ਪੰਜਾਬ ਦੀ ਨੌਜਵਾਨੀ ਜਿਹੜੀ ਉਹਨਾਂ ਦੇ ਨਸ਼ੇੜੀ ਕਹਿ ਕੇ ਮਾਰ ਦਿੱਤੀ ਸੀ, ਜਿਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਤਾਂ ਖਾਲੀ ਹੋ ਗਿਆ ਹੈ, ਲੋਕਡਾਊਨ ਦਾ ਸਹਾਰਾ ਲੈ ਲਿਆ ਸੀ ਕਿ ਹੁਣ ਅਸੀਂ ਆਰਡੀਨੈਂਸ ਪਾਸ ਕਰ ਦਿੰਦੇ ਹਾਂ, ਕਿਹੜਾ ਕਿਸੇ ਨੇ ਬਾਹਰ ਨਿਕਲਣਾ ਹੈ, ਤਾਂ ਕੈਪਟਨ ਸਰਕਾਰ ਹੋਵੇ ਚਾਹੇ ਬਾਦਲ ਸਰਕਾਰ, ਉਹਨਾਂ ਨੇ ਸਾਥ ਉਹਨਾਂ ਦਾ ਹੀ ਦੇਣਾ। ਤੁਹਾਡੇ ਸਾਹਮਣੇ ਜਿੰਨੇ ਮਰਜ਼ੀ ਤਮਾਸ਼ੇ ਲਗਾ ਕੇ ਰੱਖਣ, ਉਹ ਚਾਹੇ ਅਸਤੀਫੇ ਦਿੰਦੇ ਹੋਣ ਤੇ ਚਾਹੇ ਅਸਤੀਫਾ ਹੱਥ 'ਚ ਤਿਆਰ ਫੜਿਆ ਹੋਵੇ। ਪਰ ਹੁਣ ਤੁਸੀਂ ਕੀ, ਕਿਉਂਕਿ ਹਰ ਕਿਸੇ ਨੂੰ ਇਹ ਉਮੀਦ ਹੈ ਕਿ ਇਹਨਾਂ ਮੋਰਚਿਆਂ ਦੇ ਵਿੱਚੋਂ ਇੱਕ ਨਿਰੋਲ ਸਿਆਸਤ ਸਾਨੂੰ ਮਿਲੇ। ਦੇਖੋ, ਜਿਹੜਾ ਤੁਸੀਂ ਸਿਆਸਤ ਵਾਲੀ ਗੱਲ ਕਰੀ ਹੈ, ਮੈਂ ਉਹ ਗੱਲ ਦਾ ਵੀ ਜਵਾਬ ਦਿੰਦਾ। ਦੂਜਾ, ਮੈਂ ਇੱਕ ਆਮ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਜਾਂ ਪੰਜਾਬ 'ਚ ਬੈਠੀਆਂ ਸੰਗਤਾਂ ਨੂੰ ਵੀ ਕਹਿਣਾ ਹੈ, ਮੇਰਾ ਪਰਿਵਾਰ ਵਿਦੇਸ਼ 'ਚ ਹੈ, ਮੇਰਾ ਬੇਟਾ ਵਿਦੇਸ਼ 'ਚ ਹੈ, ਸਾਰੇ ਅਸੀਂ ਵਿਦੇਸ਼ 'ਚ ਹੈ। ਅਸੀਂ ਨਹੀਂ ਚਾਹੁੰਦੇ ਜਿਹੜੇ ਇਹ ਬੱਚੇ ਇੱਥੇ ਸਾਡੇ ਪੰਡਾਲ 'ਚ ਆਉਂਦੇ ਹੈ, ਮੇਰਾ ਮੁੰਡਾ ਵਿਦੇਸ਼ 'ਚ ਬੈਠਾ ਹੈ, ਮਤਲਬ ਅਸੀਂ ਕੋਈ ਅਜਿਹਾ ਕੰਮ ਕਰੀਏ ਕਿ ਕੱਲ੍ਹ ਨੂੰ ਪੁਲਿਸ ਇਹਨਾਂ ਨੂੰ ਤੰਗ ਇੱਥੇ ਕਰੇ। ਸਾਡੇ ਬੱਚੇ ਤਾਂ ਸੁਰੱਖਿਅਤ ਬੈਠੇ ਆ ਮੰਨ ਲਓ, ਪਰ ਅਸੀਂ ਇਹਨਾਂ ਨੂੰ ਅਸੁਰੱਖਿਅਤ ਨਹੀਂ ਕਰਨਾ ਚਾਹੁੰਦੇ। ਅੱਜ ਪੰਜਾਬ ਦੇ ਹਾਲਾਤ ਇਹ ਹੋਏ ਪਏ ਹੈ ਕਿ ਜਿਹੜਾ ਤਾਂ ਕੋਈ ਸਰਕਾਰਾਂ ਨਾਲ ਮਿਲ ਕੇ ਨਾਅਰਾ ਲਾਉਂਦਾ ਹੈ, ਉਹਨਾਂ ਨੂੰ ਤਾਂ ਕੁਝ ਨਹੀਂ ਕਿਹਾ ਜਾਂਦਾ। ਅੱਜ ਇੱਥੇ ਅੱਧਾ ਘੰਟਾ ਸਾਡੇ ਮੋਰਚੇ ਦੇ ਅਗਲੇ ਪਾਸੇ ਸੜਕ ਰੋਕੀ ਜਾਂਦੀ ਹੈ, ਪੁਲਿਸ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈ, ਪੁਲਿਸ ਉਹਨਾਂ ਦੀ ਸਹਾਇਤਾ ਕਰਦੀ ਹੈ, ਲੇਕਿਨ ਇੱਥੇ ਕੋਈ 10 ਮਿੰਟ ਗੱਡੀ ਵੀ ਸਾਡੀ ਸਾਹਮਣੇ ਲੱਗ ਜਾਵੇ ਤਾਂ ਪੁਲਿਸ ਵਾਲੇ ਸਾਨੂੰ ਗਾਲਾਂ ਕੱਢਣ ਤੱਕ ਆ ਜਾਂਦੇ ਆ। ਸੋ ਇਸ ਕਰਕੇ ਤਾਂ ਸਾਡਾ ਸੰਗਤਾਂ ਨੂੰ ਜਿਹੜਾ ਅਸੀਂ ਇਹ ਕਲੀਅਰ ਕੀਤਾ ਸੀਗਾ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ
ਕਿ ਇਹ ਵੀ ਮੈਂ ਤਾਂ ਕਹਿ ਰਿਹਾ ਜਦੋਂ ਵੀ ਬੱਚੇ ਸਾਨੂੰ ਆ ਕੇ ਕਹਿੰਦੇ ਆ ਕਿ ਸਾਨੂੰ ਐਡਾ ਹਊਆ ਖੜਾ ਕਰਤਾ ਜੀ ਕਿ ਮੋਰਚੇ 'ਚ ਜਾਓਗੇ ਤੁਹਾਨੂੰ ਫੜ ਲਿਆ ਜਾਊਗਾ, ਉੱਥੇ ਇਹੋ ਜਿਹਾ ਮਾਹੌਲ ਹੈ। ਸੋ ਇਸ ਕਰਕੇ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਉਰੇ ਬੜਾ ਸ਼ਾਂਤੀ ਵਾਲਾ ਮਾਹੌਲ ਹੈ। ਦੀਪ ਸਿੱਧੂ ਨੇ ਜਿਹੜਾ ਤੁਹਾਨੂੰ ਹੁੱਕਾ ਦਿੱਤਾ ਹੈ ਪੰਜਾਬ ਦੀ ਹੋਂਦ ਬਚਾਉਣ ਦਾ, ਪੰਜਾਬ ਦੀ ਹੋਂਦ ਦੇ ਵਿੱਚ ਤੁਹਾਡੇ ਪਾਣੀ ਆ ਗਏ, ਤੁਹਾਡੀ ਬੋਲੀ ਆ ਗਈ, ਤੁਹਾਡੀ ਪੜ੍ਹਾਈ ਆ ਗਈ, ਸਾਰਾ ਕੁਝ ਇਹ ਪੰਜਾਬ ਦੀ ਹੋਂਦ ਦੇ ਵਿੱਚ ਆ ਗਿਆ, ਜਿਹਦੇ ਵਿੱਚ ਤੁਹਾਡੇ ਖੇਤੀ ਦੇ ਮਸਲੇ ਆ ਗਏ। ਜਿਹੜੀ ਸੈਣੀ ਸਾਹਿਬ ਤੁਸੀਂ ਕਰੀ ਹੈ ਆਪਣੇ ਰਾਜਸੀ ਗੱਲ, ਅਸੀਂ ਸਾਨੂੰ ਜਿਵੇਂ ਜਥੇਦਾਰ ਜੀ ਆਏ ਆ ਸਾਰੇ ਜਿੰਨੇ ਵੀ ਇੱਥੇ ਲਗਾਤਾਰ ਆਉਂਦੇ ਰਹਿੰਦੇ ਆ, ਹਰ ਖੇਤਰ 'ਚ ਆਉਂਦੇ ਰਹਿੰਦੇ ਆ। ਉਹਨਾਂ ਨੇ ਇੱਕ ਸੁਝਾਅ ਦਿੱਤਾ ਸੀਗਾ, ਅਸੀਂ ਸੁਝਾਅ ਬਕਸਾ ਵੀ ਰੱਖਿਆ ਹੋਇਆ, ਉਹਦੇ ਵਿੱਚ ਵੀ ਪਾਉਂਦੇ ਆ, ਈਮੇਲ ਵਗੈਰਾ ਵਟਸਐਪ ਵਗੈਰਾ ਆਉਂਦੇ ਆ ਕਿ ਇਹਦਾ ਹੱਲ ਜਿੰਨੀ ਦੇਰ ਕੋਈ ਮਜ਼ਬੂਤ ਖੇਤਰੀ ਪਾਰਟੀ ਪੰਜਾਬ ਦੇ ਕੋਲ ਨਹੀਂ ਹੋਏਗੀ। ਪਹਿਲਾਂ ਇੱਕ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਉਹ ਬੜੀ ਵੱਡੀ ਖੇਤਰੀ ਪਾਰਟੀ ਹੁੰਦਾ ਸੀ, ਉਹ ਅੱਜ ਪਰਿਵਾਰਕ ਦਲ ਬਣ ਗਿਆ। ਕਾਂਗਰਸ ਵੀ ਵਪਾਰਕ ਤੇ ਪਰਿਵਾਰਕ ਦਲ ਬਣ ਗਈ। ਵੀ ਜਿੰਨੀ ਦੇਰ ਤੁਹਾਡੇ ਕੋਲ ਇੱਕ ਵੱਡੀ ਮਜ਼ਬੂਤ ਖੇਤਰੀ ਪਾਰਟੀ ਨਹੀਂ ਹੋਊਗੀ ਉਨੀ ਦੇਰ ਇਹਦਾ ਹੱਲ ਨਹੀਂ ਹੈ। ਔਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਨੌਜਵਾਨ ਜਿਹੜੇ ਹੈਗੇ ਇਹਨਾਂ ਨੂੰ ਪੰਜਾਬ ਦੇ ਵਿੱਚ ਘੱਟੋ ਘੱਟ 117 ਤਾਂ ਇਹੋ ਜਿਹੇ ਨੌਜਵਾਨ ਕੱਢੀਏ ਜਿਹੜੇ ਪੰਜਾਬ ਦੀ ਵਿਧਾਨ ਸਭਾ 'ਚ ਆਪਣੀ ਨੁਮਾਇੰਦਗੀ ਕਰਨ। ਲੇਕਿਨ ਇਹਦੇ ਲਈ ਅਸੀਂ ਪੰਜਾਬ ਦੇ ਜਿਹੜੇ 5-4 ਮੇਨ ਲੀਡਰ, ਜਿਵੇਂ ਚਲੋ ਸੁਖਪਾਲ ਸਿੰਘ ਖਹਿਰਾ ਜਾਂ ਬੈਂਸ ਸਾਹਿਬ ਜਾਂ ਗਾਂਧੀ ਸਾਹਿਬ ਜਾਂ ਹੋਰ ਜਿਹੜੇ 3-4 ਮੇਨ, ਪ੍ਰਗਟ ਸਿੰਘ ਉਹਨੀ ਹੋ ਗਏ, ਅਸੀਂ ਨਵਜੋਤ ਸਿੱਧੂ ਦੀ ਵੀ ਗੱਲ ਕਰੀ ਹੈ, ਇਹਨਾਂ ਸਾਰਿਆਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ, 2-3 ਲੀਡਰਾਂ ਨਾਲ ਮਿਲ ਵੀ ਹੈ। ਅਸੀਂ ਇਹਨਾਂ ਨੂੰ ਇੱਕ ਹੁੱਕਾ ਦਿੱਤਾ ਸੀ ਕਿ ਜਿਹੜਾ ਸ਼ੰਭੂ ਮੋਰਚਾ ਹੈ ਇਹ ਅਸੀਂ ਤੁਹਾਡੀ ਏਕਤਾ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ। ਵੀ ਘੱਟੋ ਘੱਟ ਤੁਸੀਂ ਖਿੰਡੇ ਪੁੰਡੇ ਪਏ ਹੋ, ਅਸੀਂ ਇਹ ਮੋਰਚੇ ਦੀ ਇੱਕੋ ਪ੍ਰਾਪਤੀ ਮੰਨ ਲਈਏ ਕਿ ਤੁਸੀਂ ਚੰਗੇ ਬੰਦੇ ਹੋ, ਤੁਸੀਂ ਸਾਰੇ ਲਹਿਦੇ ਹੋ, ਤੁਸੀਂ ਇਸ ਸ਼ੰਭੂ ਮੋਰਚੇ ਦੇ ਉੱਤੇ ਆ ਕੇ ਆਪਣੀ ਏਕਤਾ ਕਰ ਲਓ, ਇੱਕ ਡੰਡਾ ਤੇ ਇੱਕ ਝੰਡਾ ਕਰ ਲਓ, ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਲਓ ਤਾਂ ਕਿ ਪੰਜਾਬ ਦੇ ਲਈ ਘੱਟੋ ਘੱਟ ਇੱਕ ਮਜ਼ਬੂਤ ਖੇਤਰੀ ਪਾਰਟੀ ਬਣ ਜਾਵੇ ਜਿਹਦੇ ਉੱਤੇ ਲੋਕ ਵਿਸ਼ਵਾਸ ਕਰ ਲੈਣ। ਇਹ ਲੈ ਕੇ ਅਸੀਂ ਤੁਰ ਰਹੇ ਹਾਂ। ਇਹ 5-4 ਦਿਨਾਂ ਤੱਕ ਅਸੀਂ ਸਾਰੇ ਬੰਦਿਆਂ ਕੋਲ ਜਾ ਆਵਾਂਗੇ। ਜਿਹੜਾ ਬੰਦਾ ਜੋ ਗੱਲ ਕਹੇਗਾ ਫਿਰ ਅਸੀਂ ਉਹ ਸਾਰੀ ਕੱਲੇ ਬੰਦੇ ਦਾ ਜੋ ਵਿਊ ਹੋਊਗਾ ਉਹ ਅਸੀਂ ਸਾਰਾ ਵਿਊ ਪੁਆਇੰਟ ਸਾਰਾ ਲੋਕਾਂ ਦੇ ਸਾਹਮਣੇ ਰੱਖਾਂਗੇ ਤਾਂ ਕਿ ਇਹਨਾਂ ਲੀਡਰਾਂ ਦੀ ਵੀ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ ਕਿ ਆਹ ਲੀਡਰ ਇਹ ਚਾਹੁੰਦਾ, ਇਹ ਚਾਹੁੰਦਾ, ਇਹਨਾਂ ਦੀ ਵੀ ਸੱਚਾਈ ਆਉਣੀ ਚਾਹੀਦੀ ਹੈ ਜੀ, ਤਾਂ ਕਿ ਲੀਡਰ ਵੀ ਮੂਰਖ ਨਾ ਬਣਾਉਣ, ਇਹ ਵੀ ਨਾ ਆਪਣੇ ਆਪ ਨੂੰ ਸਾਧੂ ਕਹਾਈ ਜਾਣ ਵੀ ਅਸੀਂ ਉਹ ਪੰਜਾਬ ਦੇ ਵਾਰਸ ਹਾਂ ਜੀ। ਹੁੰਦੇ ਹੈ ਨਹੀਂ ਤੇ ਹਉਮੈ ਹੰਕਾਰ ਈਰਖਾ 'ਚ ਵੱਜੇ ਕਿ ਮੁੱਖ ਮੰਤਰੀ ਮੈਂ ਹੀ ਬਣਨਾ, ਹੁੰਦੇ ਹੈ ਨਹੀਂ, ਬਲਕਿ ਅਸੀਂ ਤਾਂ ਭਗਵੰਤ ਮਾਨ ਕੋਲ ਵੀ ਜਾਵਾਂਗੇ, ਉਹਨੂੰ ਵੀ ਚਾਹੀਦਾ ਪੰਜਾਬ ਦਾ ਪੁੱਤ ਬਣਨਾ। ਇਸ ਕਰਕੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਵਿੱਚ ਸਮਰੱਥਾ ਘੱਟ ਹੁੰਦੀ ਹੈ। ਚਲੋ ਮੈਂ ਹਰੇਕ ਨੂੰ ਨਿੰਦਦਾ ਨਹੀਂ ਹੈ, ਜੇ ਪੰਜਾਬ ਦੇ ਲੀਡਰਾਂ 'ਚ ਸਮਰੱਥਾ ਹੋਵੇ ਨਾ ਜੀ, ਪੰਜਾਬ ਦਾ ਲੀਡਰ ਖੁੱਲ੍ਹ ਕੇ ਗੱਲ ਕਰ ਸਕਦਾ ਹੋਵੇ। ਹੁਣ ਜਿੱਦਣ ਵਿਧਾਨ ਸਭਾ ਦੇ ਵਿੱਚ ਮਤਾ ਪਿਆ ਨਾਲ ਦੀ ਨਾਲ ਈਡੀ ਦਾ ਸੰਮਣ ਆ ਗਿਆ। ਸੋ ਇਸ ਕਰਕੇ ਸਾਨੂੰ ਚਾਹੀਦਾ ਕਿ ਪੰਜਾਬ ਦੇ ਕੋਲ ਮਜ਼ਬੂਤ ਖੇਤਰੀ ਧਿਰ ਹੋਵੇ। ਅਸੀਂ ਇਹੋ ਜਿਹੇ ਹਾਲਾਤ ਸ਼ੁਰੂ ਕਰਨ ਲੱਗੇ ਹਾਂ ਜੀ। ਅਸੀਂ ਵੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਤੇ ਉਮੀਦ ਕਰਦੇ ਹਾਂ ਕਿ ਜੋ ਵੀ ਸੰਗਤਾਂ ਇਸ ਵੇਲੇ ਇਹ ਪ੍ਰੋਗਰਾਮ ਦੇਖ ਰਹੀਆਂ ਨੇ ਉਹ ਵੀ ਇਹੀ ਅਰਦਾਸ ਕਰਨਗੀਆਂ ਕਿ ਜੋ ਤੁਸੀਂ ਟੀਚਾ ਲੈ ਕੇ ਚੱਲੇ ਹੋ, ਜੋ ਤੁਸੀਂ ਸੋਚ ਕੇ ਚੱਲੇ ਹੋ, ਉਹ ਚੀਜ਼ ਜਲਦ ਤੋਂ ਜਲਦ ਪੂਰੀ ਹੋਵੇ। ਤੇ ਦੂਸਰੇ ਪਾਸੇ ਮੈਂ ਇੱਕ ਵਾਰ ਜ਼ਰੂਰ ਉਹਨਾਂ ਲੋਕਾਂ ਨੂੰ, ਉਹਨਾਂ ਸੰਗਤਾਂ ਨੂੰ, ਉਹਨਾਂ ਆਪਣੇ ਵੀਰਾਂ ਨੂੰ, ਵੱਡਿਆਂ ਨੂੰ, ਛੋਟਿਆਂ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਜਦੋਂ ਵੀ ਖਾਲਿਸਤਾਨ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਬੜੇ ਭਾਵੁਕ ਹੋ ਜਾਂਦੇ ਹਾਂ ਤੇ ਸਾਨੂੰ ਹੋਣਾ ਵੀ ਚਾਹੀਦਾ ਹੈ, ਕਿਉਂਕਿ ਖਾਲਸਾ ਰਾਜ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪਰ ਅਜੋਕੇ ਸਮੇਂ ਦੇ ਵਿੱਚ ਅਸੀਂ ਉਸ ਸਥਾਨ ਦੇ ਉੱਤੇ ਬੈਠੇ ਹਾਂ ਕਿ ਅਗਰ ਸਾਡੇ ਕੋਲ ਸਾਡਾ ਸਿੱਖ ਇਤਿਹਾਸ ਵੀ ਹੈ ਨਾ ਤਾਂ ਵੀ ਤੁਹਾਡੇ ਉੱਤੇ ਅਜਿਹੀਆਂ ਧਾਰਾਵਾਂ ਲਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇਗਾ ਕਿ ਦੇਸ਼ ਦਰੋਹੀ ਦਾ ਇੱਕ ਤਾਂ ਠੱਪਾ ਤੁਹਾਡੇ ਤੇ ਲੱਗ ਜਾਏਗਾ ਤੇ ਉਸ ਤੋਂ ਬਾਅਦ ਕੋਈ ਤੁਹਾਨੂੰ ਕਢਾਉਣ ਵਾਸਤੇ ਨਹੀਂ ਆਵੇਗਾ। ਬੇਸ਼ੱਕ ਜਿੰਨੇ ਮਰਜ਼ੀ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਫਿਰ ਨਾਅਰੇ ਲਗਾਓ। ਉਹਨਾਂ ਵੀਰਾਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਬੁਰਾ ਲੱਗਦਾ ਹੈ ਇਹ ਕਹਿਣਾ ਕਿ ਅਸੀਂ ਖਾਲਿਸਤਾਨ ਦੇ ਖਿਲਾਫ ਨਹੀਂ, ਅਸੀਂ ਖਾਲਿਸਤਾਨ ਦੇ ਨਾਲ ਵੀ ਨਹੀਂ, ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ ਪਹਿਰਾ ਦੇ ਰਹੇ ਹਾਂ। ਸਰਕਾਰਾਂ ਦੇਣਗੀਆਂ, ਹੱਸ ਕੇ ਲਵਾਂਗੇ, ਪਰ ਅਸੀਂ ਲੜ ਕੇ ਨਹੀਂ ਲਵਾਂਗੇ ਕਿਉਂਕਿ ਅਸੀਂ ਮਾਵਾਂ ਦੇ ਜਵਾਨ ਪੁੱਤ ਨਹੀਂ ਮਰਵਾਉਣਾ ਚਾਹੁੰਦੇ। ਸਰਕਾਰਾਂ ਚਾਹੁੰਦੀਆਂ ਨੇ ਉਸ ਮੁੱਦੇ ਤੇ ਸਿਆਸਤ ਹੋਵੇ ਜੋ ਨਾ ਤਾਂ ਮੈਂ ਚਾਹੁੰਦਾ, ਨਾ ਇਸ ਮੋਰਚੇ ਦਾ ਕੋਈ ਆਗੂ ਚਾਹੁੰਦਾ ਹੈ ਤੇ ਨਾ ਦੀਪ ਸਿੱਧੂ ਕਦੀ ਚਾਹੇਗਾ। ਪਰ ਹਾਂ, ਜਿਹੜੇ ਲੋਕ ਇਸ ਦੇ ਉੱਤੇ ਘਟੀਆ ਸਿਆਸਤ ਕਰਦੇ ਨੇ ਜਾਂ ਇਸ ਨੂੰ ਤੂਲ ਦਿੰਦੇ ਨੇ ਉਹਨਾਂ ਨੂੰ ਮੈਂ ਬੜੀ ਨਿਮਰਤਾ ਦੇ ਨਾਲ ਹੱਥ ਬੰਨ੍ਹ ਕੇ ਬੇਨਤੀ ਕਰਦਾ, ਭਰਾਵੋ ਨਾ ਕਰੋ। ਇਕਜੁੱਟ ਇੱਕ ਮੁੱਠ ਹੋਵੋ, ਇੱਕ ਡੰਡਾ ਇੱਕ ਝੰਡਾ ਕਰੋ ਤਾਂ ਜੋ ਅਸੀਂ ਇੱਥੋਂ ਅੱਗੇ ਦੀ ਸੋਚੀਏ। ਕਦੋਂ ਤੱਕ ਮੋਰਚੇ ਲਾ ਕੇ ਬੈਠਾਂਗੇ? ਕੀ ਤੁਹਾਨੂੰ ਹਮੇਸ਼ਾ ਮੋਰਚਿਆਂ ਤੇ ਇੰਤਜ਼ਾਰ ਰਹੇਗਾ ਉਸ ਇੱਕ ਇਨਸਾਨ ਦਾ ਜਿਹੜਾ ਆ ਕੇ ਤੁਹਾਡੀਆਂ ਜੜ੍ਹਾਂ 'ਚ ਤੇਲ ਪਾ ਸਕੇ, ਜਿਹੜਾ ਮੋਰਚੇ ਨੂੰ ਖੌਰੂ ਲਾ ਸਕੇ?
ਅੰਤ ਦੇ ਵਿੱਚ ਜੋਗਾ ਸਿੰਘ ਚੱਪੜ ਜੀ ਕੀ ਕਹਿੰਦੇ ਨੇ, ਕੀ ਤੁਹਾਨੂੰ ਸੁਨੇਹਾ ਦਿੰਦੇ ਨੇ, ਉਸ ਨੂੰ ਧਿਆਨ ਦੇ ਨਾਲ ਸੁਣਨਾ ਤੇ ਉਸ ਤੋਂ ਬਾਅਦ ਮੈਂ ਸ਼ੋਅ ਦਾ ਵਾਈਂਡ ਅਪ ਕਰਾਂ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਕੀ ਸੁਨੇਹਾ ਦੇਣਾ ਚਾਹੋਗੇ ਦੇਸ਼ ਵਿਦੇਸ਼ ਦੀ ਸੰਗਤ ਨੂੰ, ਕਿਉਂਕਿ ਡਰ ਬਹੁਤ ਪਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ, ਮੋਰਚਾ ਚਾਹੇ ਸ਼ੰਭੂ ਦਾ ਹੋਵੇ ਜਾਂ ਕੋਈ ਵੀ ਹੋਰ ਮੋਰਚਾ ਹੋਵੇ, ਆਪਣੇ ਨੌਜਵਾਨ ਪੁੱਤਾਂ ਨੂੰ, ਧੀਆਂ ਨੂੰ, ਬੀਬੀਆਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ ਹੈ ਕਿਤੇ ਉੱਥੇ ਲਾਠੀਆਂ ਨਾ ਚੱਲ ਜਾਣ, ਡਾਂਗਾਂ ਨਾ ਚੱਲ ਜਾਣ, ਗੋਲੀਆਂ ਨਾ ਚੱਲ ਜਾਣ। ਬੇਸ਼ੱਕ ਮੋਰਚੇ ਦੀ ਕੋਈ ਕਵਰੇਜ ਕੋਈ ਨੈਸ਼ਨਲ ਟੀਵੀ ਚੈਨਲ ਨਹੀਂ ਦਿਖਾ ਰਿਹਾ, ਕੁਝ ਸੋਸ਼ਲ ਮੀਡੀਆ ਚੈਨਲਸ ਹੈਗੇ ਨੇ ਸਾਡੇ ਵਰਗੇ, ਉਹ ਵਿਚਾਰੇ ਦਿਖਾਈ ਜਾਂਦੇ ਨੇ। ਬਸ ਨੈਸ਼ਨਲ ਚੈਨਲ ਦੇ ਉੱਤੇ ਇਹ ਜ਼ਰੂਰ ਦਿਖਾਇਆ ਜਾ ਰਿਹਾ ਹੈ ਕਿ ਸਿੱਖ ਅਗਰ ਮੋਰਚਾ ਲਾ ਕੇ ਬੈਠੇ ਨੇ ਸ਼ਾਇਦ ਖਾਲਿਸਤਾਨ ਮੰਗ ਰਹੇ ਨੇ, ਸਿੱਖ ਅਗਰ ਮੋਰਚਾ ਲਾ ਕੇ ਬੈਠੇ ਨੇ ਤਾਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਸਿੱਖ 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 ਪ੍ਰਚਾਰੇ ਜਾ ਰਿਹਾ, ਪੰਜਾਬੀ ਵੀ ਉੱਥੇ ਕਿਤੇ ਨਹੀਂ ਆ ਰਿਹਾ। ਮੈਂ ਕੈਮਰਾਮੈਨ ਨੂੰ ਕਹੂੰਗਾ ਸਾਡੇ ਸਾਬਕਾ ਫੌਜੀਆਂ ਸਰਦਾਰ ਗੁਰਚਰਨ ਸਿੰਘ ਜੀ ਸਿਹਰਾ ਸਾਹਿਬ, ਇਹਨਾਂ ਨੂੰ ਦਿਖਾਓ। ਇਹ ਲਗਾਤਾਰ ਆ ਰਹੇ ਹੈ, ਇਹ ਪੰਜਾਬ ਦੀ ਲੜਾਈ ਲੜਨ ਆ ਰਹੇ ਹੈ। ਆਹ ਸਾਡੇ ਕਾਲਾ ਜੀਆਂ ਨੇੜੇ ਤੋਂ ਨੌਜਵਾਨ ਆਗੂ, ਆਹ ਸਾਡਾ ਜਥਾ ਅੱਜ ਆਇਆ ਹੈ ਸਲਾਣੇ ਤੋਂ, ਕੈਪਟਨ ਕਮਲਜੀਤ ਸਿੰਘ ਉਹਨਾਂ ਦਾ ਪਿੰਡ ਸੀਗਾ। ਇਹ ਜਥੇਦਾਰ ਜੀ ਸਾਡੇ ਅੰਮ੍ਰਿਤਸਰ ਤੋਂ ਆਏ ਆ। ਇਹਨਾਂ ਦੇ ਵੀ ਆਪਾਂ 2 ਮਿੰਟ ਲੈਣੇ ਆ। ਇਹ ਸਰਦਾਰ ਕਰਤਾਰ ਸਿੰਘ ਮੰਤਰੀ, ਉਹ ਨਹੀਂ ਮਤਲਬ ਜਿੰਨਾ ਵੀ ਅੱਜ ਨੌਜਵਾਨਾਂ ਦਾ ਇਕੱਠ, ਇਹ ਤੋਂ ਪਹਿਲਾਂ ਤਕਰੀਬਨ ਸਾਰਾ ਭਰਿਆ ਹੋਇਆ ਸੀਗਾ। ਹਰ ਰੋਜ਼ ਸੈਣੀ ਸਾਹਿਬ ਇਕੱਠ ਹੋਇਆ ਹੁੰਦਾ ਹੈ। ਇਸ ਕਰਕੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਇਹੀ ਬੇਨਤੀ ਹੈ ਕਿ ਜਿਹੜੇ ਤਾਂ ਉਰੇ ਆ ਸਕਦੇ ਆ ਉਰੇ ਆਓ। ਜਿਹੜਾ ਦਿੱਲੀ ਦੇ ਖਿਲਾਫ ਆਪਾਂ ਨੂੰ ਸੰਘਰਸ਼ ਤਿੱਖਾ ਕਰਨਾ ਪੈਣਾ। ਔਰ ਇਹ ਵੀ ਮੈਂ ਬੇਨਤੀ ਕਰਦਾ ਕਿ ਸਾਰੇ ਸਿੰਗਰ ਵੀ ਇਕੱਠੇ ਆ, ਸਾਰੀਆਂ ਕਿਸਾਨ ਯੂਨੀਅਨਾਂ ਨਾਲ ਸਾਡਾ ਸੰਬੰਧ ਹੈ। ਅਸੀਂ ਕਿਸੇ ਦੇ ਖਿਲਾਫ ਨਹੀਂ, ਆਪਾਂ ਨੇ ਪੰਜਾਬ ਦੀ ਲੜਾਈ ਸਾਂਝੀ ਲੜਨੀ ਹੈ। ਜਿਹੜੇ ਲੋਕ ਭਰਮ ਭੁਲੇਖਾ ਪਾਉਂਦੇ ਆ ਕਿ ਉਹ ਜੀ ਲੈਦੇ ਆ, ਉਹ ਇਹ ਆ ਸਾਡਾ ਸਾਰਿਆਂ ਨਾਲ ਤਾਲਮੇਲ ਹੈ। ਸਾਰੇ ਅਸੀਂ ਇਕੱਠੇ ਆ ਕਿਉਂਕਿ ਪੰਜਾਬ ਦੀ ਲੜਾਈ ਇਕੱਠੇ ਹੋ ਕੇ ਲੜੀ ਜਾ ਸਕਦੀ ਹੈ। ਔਰ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋ ਕੇ ਚੱਲੀਏ। ਤੁਸੀਂ ਸਾਰੇ ਜਿੱਥੇ ਜਿੱਥੇ ਬੈਠੇ ਹੋ, ਜਿੱਥੇ ਜਿੱਥੇ ਤੁਹਾਡਾ ਨੇੜਲਾ ਰਿਸ਼ਤੇਦਾਰ ਹੈ ਸ਼ੰਭੂ ਮੋਰਚੇ 'ਚ ਪਹੁੰਚ ਸਕਦਾ ਹੈ, ਇਸ ਮੋਰਚੇ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਆਉਣ ਦੀ ਕਿਰਪਾਲਤਾ ਕਰੋ। ਆਪ ਸਾਰਿਆਂ ਦਾ ਧੰਨਵਾਦ। ਅਸੀਂ ਕਿਸੇ ਤੋਂ ਮਾਇਕ ਮਦਦ ਜਾਂ ਮਾਇਆ ਵੀ ਨਹੀਂ ਲੈ ਰਹੇ। ਸਾਡੇ ਨਾਂ 'ਤੇ ਜੇ ਕੋਈ ਪੈਸਾ ਵੀ ਇਕੱਠਾ ਕਰਦਾ ਹੋਵੇ ਉਹ ਵੀ ਕਿਸੇ ਨੂੰ ਨਾ ਦਿਓ, ਤਾਂ ਕਿ ਕੱਲ੍ਹ ਨੂੰ ਜਿਵੇਂ ਉਹ ਪਹਿਲੇ ਮੋਰਚੇ ਦਾ ਹਾਲ ਹੋਇਆ ਸਾਨੂੰ ਵੀ ਲੋਕ ਬਦਨਾਮ ਕਰੀ ਜਾਣ। ਅਸੀਂ ਦਾ ਜੋ ਤਿਲ ਫੁੱਲ ਹੈ, ਲੰਗਰ ਸੰਗਤ ਲਾ ਦਿੰਦੀ ਹੈ, ਆਹ ਟੈਂਟ ਟੁੰਟ ਦਾ ਮਾੜਾ ਮੋਟਾ ਖਰਚਾ ਅਸੀਂ ਆਪ ਕਰੀ ਜਾਂਦੇ ਹਾਂ। ਸੋ ਇਸ ਕਰਕੇ ਅਸੀਂ ਤਾਂ ਮਾਇਆ ਵੀ ਕਿਸੇ ਤੋਂ ਨਹੀਂ ਲੈ ਰਹੇ। ਬਾਰ-ਬਾਰ ਬੇਨਤੀ ਹੈ, ਕੱਲ੍ਹ ਨੂੰ ਸਾਨੂੰ ਬਦਨਾਮ ਨਾ ਕਰ ਦਿਓ ਕਿ ਫਲਾਣਾ ਇੰਨੇ ਪੈਸੇ ਖਾ ਗਿਆ। ਸਾਡੇ ਨਾਂ 'ਤੇ ਕੋਈ ਮਾਇਆ ਲਵੇ ਭਾਈ, ਦਿਓ ਨਾ ਕਿਸੇ ਨੂੰ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ। ਤੇ ਅੰਤ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਮੋਰਚੇ ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਤੇ ਇਹਨਾਂ ਮੋਰਚਿਆਂ ਨੂੰ ਨੇਸਤੋ ਨਾਬੂਦ ਕਰਨ ਵਾਸਤੇ ਵੀ ਚਾਲਾਂ ਬਹੁਤ ਚੱਲੀਆਂ ਜਾ ਰਹੀਆਂ ਨੇ। ਪਰਿਵਾਰਾਂ ਨੂੰ, ਘਰੇ ਬੈਠਿਆਂ ਨੂੰ ਡਰਾਇਆ ਜਾ ਰਿਹਾ ਹੈ। ਪਰ ਮੈਂ ਇਹੀ ਕਹਾਂਗਾ ਕਿ ਅਗਰ ਹੁਣ ਵੀ ਤੁਸੀਂ ਸਰਕਾਰਾਂ ਦੀਆਂ ਚਾਲਾਂ ਦੇ ਵਿੱਚ ਆ ਕੇ ਦੁਬਕ ਕੇ ਡਰ ਕੇ ਘਰਾਂ ਦੇ ਵਿੱਚ ਬੈਠੇ ਰਹੇ, ਆਪਣੇ ਨੌਜਵਾਨ ਪੁੱਤ ਧੀਆਂ ਨੂੰ ਲੈ ਕੇ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਨ ਨਹੀਂ ਪਹੁੰਚੇ, ਤਾਂ ਯਾਦ ਰੱਖਣਾ ਇੱਕ ਦਿਨ ਵਾਕਈ ਅਜਿਹਾ ਆਏਗਾ ਜੋ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਪੈਰ ਪਾਉਣ ਤੋਂ ਪਹਿਲਾਂ 100 ਵਾਰ ਸੋਚੋਗੇ। ਕਿਉਂਕਿ ਤੁਹਾਨੂੰ ਡਰ ਇਹੀ ਹੋਏਗਾ ਸਾਡਾ ਪੁੱਤ ਵਾਪਸ ਆਏਗਾ ਜਾਂ ਨਹੀਂ ਆਏਗਾ, ਧੀ ਵਾਪਸ ਆਏਗੀ ਜਾਂ ਨਹੀਂ ਆਏਗੀ, ਘਰ 'ਚ ਰਾਸ਼ਨ ਕਿੱਥੋਂ ਆਏਗਾ। ਕਿਉਂਕਿ ਨਾ ਉਦੋਂ ਤੱਕ ਤੁਹਾਡੇ ਮਕਾਨ ਆਪਣੇ ਰਹਿਣੇ ਨੇ, ਨਾ ਤੁਹਾਡੀ ਦੁਕਾਨ ਆਪਣੀ ਰਹਿਣੀ ਹੈ ਤੇ ਨਾ ਜ਼ਮੀਨਾਂ। ਕਿਉਂਕਿ ਮੋਦੀ ਸਰਕਾਰ ਜੋ ਚਾਲਾਂ ਚੱਲ ਰਹੀ ਹੈ, ਉਹਨਾਂ ਨੇ ਸਭ ਕੁਝ ਪੂੰਜੀਪਤੀਆਂ ਦੇ ਹਵਾਲੇ ਕਰ ਦੇਣਾ ਹੈ। ਲਾਅ ਐਂਡ ਆਰਡਰ ਕਿਤੇ ਵੀ ਨਹੀਂ ਰਹਿਣਾ। ਜੋ ਹਾਲ ਬਿਹਾਰ ਦੇ ਵਿੱਚ ਚੱਲ ਰਿਹਾ ਹੈ ਉਹੀ ਕਿਤੇ ਨਾ ਕਿਤੇ ਯੂਪੀ ਬਿਹਾਰ ਵਾਲਾ ਪੰਜਾਬ ਵੀ ਬਣ ਜਾਣਾ ਹੈ। ਤੇ ਫਿਰ ਉਦੋਂ ਤੁਸੀਂ ਸੋਚੋਗੇ ਕਿ ਕਾਸ਼ ਜਦੋਂ ਮੋਰਚੇ ਲੱਗੇ ਸੀ ਉਦੋਂ ਅਸੀਂ ਮੋਰਚਿਆਂ 'ਚ ਗਏ ਹੁੰਦੇ, ਕਾਸ਼ ਦੀਪ ਦਾ ਸਾਥ ਦਿੱਤਾ ਹੁੰਦਾ ਤੇ ਅੱਜ ਸਾਨੂੰ ਇਹ ਮਾੜਾ ਦਿਨ ਨਾ ਦੇਖਣਾ ਪੈਂਦਾ। ਇਸ ਲਈ ਕਹਿਣਾ ਆ, ਉਹ ਕਾਸ਼ ਤੁਹਾਨੂੰ ਨਾ ਕਹਿਣਾ ਪਵੇ। ਇਸ ਲਈ ਅੱਜ ਮੌਕਾ ਹੈ, ਮੋਰਚਿਆਂ 'ਤੇ ਵੱਧ ਚੜ੍ਹ ਕੇ ਪਹੁੰਚੋ, ਸਾਥ ਦਿਓ। ਤੇ ਜਿੱਦਾਂ ਚੱਪੜ ਸਾਹਿਬ ਨੇ ਕਿਹਾ ਕਿ ਕਿਸੇ ਵੀ ਮੋਰਚੇ ਦੇ ਉੱਤੇ, ਇਸ ਮੋਰਚੇ ਉੱਤੇ ਕਿਸੇ ਤੋਂ ਵੀ ਮਾਲੀ ਸਹਾਇਤਾ ਨਹੀਂ ਮੰਗੀ ਜਾਂਦੀ। ਜੇਕਰ ਕੋਈ ਵੀ ਤੁਹਾਨੂੰ ਇਸ ਮੋਰਚੇ, ਸ਼ੰਭੂ ਮੋਰਚੇ ਦੇ ਨਾਮ ਉੱਤੇ ਪੈਸੇ ਦੀ ਡਿਮਾਂਡ ਕਰਦਾ ਹੈ ਤਾਂ ਤੁਸੀਂ ਮੋਰਚੇ ਦੇ ਨੰਬਰ ਬਾਖੂਬ ਜਾਣਦੇ ਹੋ, ਸਾਰਿਆਂ ਨਾਲ ਸੰਪਰਕ ਕਰਕੇ ਕਿਸੇ ਨੂੰ ਵੀ ਤੁਸੀਂ ਦੱਸ ਸਕਦੇ ਹੋ, ਤਾਂ ਜੋ ਕੋਈ ਵੀ ਇਹੋ ਜਿਹੀ ਫੰਡਿੰਗ NRI ਵੀਰਾਂ ਤੋਂ ਨਾ ਮੰਗਵਾ ਸਕੇ, ਮੋਰਚਾ ਬਦਨਾਮ ਨਾ ਕਰਵਾ ਸਕੇ। ਜੋ ਕੁਝ ਵੀ ਇੱਥੇ ਖਰਚਾ ਪਾਣੀ ਹੁੰਦਾ ਹੈ ਸੰਗਤ ਦੇ ਸਹਿਯੋਗ ਨਾਲ, ਆਪਣੇ ਸਹਿਯੋਗ ਦੇ ਨਾਲ, ਪਰਮਾਤਮਾ ਦੇ ਸ਼ੁਕਰੀਆ ਵਜੋਂ ਚੱਲੀ ਜਾ ਰਿਹਾ ਹੈ ਤੇ ਅੱਗੇ ਇਸੇ ਤਰ੍ਹਾਂ ਚੱਲਦਾ ਰਹੇਗਾ। ਪਰ ਅਸੀਂ ਇਹ ਮੋਰਚੇ ਫਤਿਹ ਕਰਕੇ ਰਹਾਂਗੇ, ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ। ਇਸ ਵਾਰ ਪੰਜਾਬ ਬੈਕਫਿਟ ਦੇ ਉੱਤੇ ਕਦੇ ਵੀ ਨਹੀਂ ਜਾਏਗਾ। ਉਮੀਦ ਕਰਦੇ ਹਾਂ ਤੁਸੀਂ ਵੀ ਜਿੱਥੇ ਵੀ ਇਹ ਪ੍ਰੋਗਰਾਮ ਵੇਖ ਰਹੇ ਹੋ ਘਰਾਂ 'ਚ ਬਹਿ ਕੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰੋਗੇ। ਇਸੇ ਦੇ ਨਾਲ ਇੱਕੋ ਹੀ ਗੱਲ ਹੋਰ ਕਹਾਂਗਾ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਨੇ ਭਾਈ ਪੰਜਾਬ ਦੀ ਆਵਾਮ ਨੂੰ ਇਕੱਠੇ ਹੋ ਕੇ ਅੱਗੇ ਵਧਣਾ ਹੈ। ਇਸ ਵਾਰ ਕੋਈ ਵੀ ਧਰਮ ਦੇ ਉੱਤੇ ਸਿਆਸਤ ਨਾ ਹੋਣ ਦਿਓ, ਰਾਜਨੀਤੀ ਨਾ ਹੋਣ ਦਿਓ, ਸਾਥ ਦਿਓ ਮੋਰਚਿਆਂ ਦਾ, ਤਾਂ ਜੋ ਅਸੀਂ ਇਹ ਮੋਰਚਾ ਫਤਿਹ ਕਰੀਏ। ਅੰਤ ਦੇ ਵਿੱਚ ਇਹੀ ਕਹਾਂਗਾ, ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਬੁਲਾਓ ਫਤਿਹ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।